ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਸਾਹਿਬ। ਵੈਲਕਮ। ਤਗੜੇ ਹੋ? ਸ਼ੁਕਰੀਆ ਰੰਧਾਵਾ ਜੀ, ਬਹੁਤ ਤਗੜੇ ਹਾਂ। ਭਾਸਕਰ ਸਾਹਿਬ, ਆ ਖਬਰ ਲੱਭਣ ਦੇ ਆੜ 'ਚ ਸੱਤਾ ਦੇ ਗਲਿਆਰਿਆਂ 'ਚ ਅੰਦਰ ਬਾਹਰ ਹੁੰਦਿਆਂ ਬੀਜੇਪੀ ਵੱਲੋਂ ਕੁਝ ਨੁਕੀਆਂ ਮੋਟੀਆਂ ਖਬਰਾਂ ਬਾਹਰ ਨਿਕਲੀਆਂ, ਉਹਨਾਂ ਤੇ ਚਰਚਾ ਕਰਦੇ ਆ। ਖੁਦਾ ਨਾ ਖਾਸਤਾ ਜੇ ਸਰਕਾਰ ਬਣਨ ਦੀ ਸਥਿਤੀ ਬਣਦੀ, ਚਿਹਰਾ ਕੌਣ ਹੋਣਗੇ? ਬੜੇ ਦਿਲਚਸਪ ਜੇ ਤੱਥ ਸਾਹਮਣੇ ਉੱਭਰੇ ਆ। ਇੱਕ ਅੰਮ੍ਰਿਤਸਰ ਦਾ ਵੀ ਨਾਂ ਆਉਂਦਾ ਹੈ ਤੇ ਦੂਜਾ ਵੀ ਅੰਮ੍ਰਿਤਸਰ ਨਾਲ ਜੁੜਿਆ ਨਾਂ ਆਉਂਦਾ ਹੈ। ਇਹਦੇ ਤੇ ਦੀਰਘ ਚਰਚਾ ਕਰਦੇ ਆ। ਚਰਚਾ ਤਾਂ ਬਣਦੀ ਹੈ, ਵੈਸੇ ਅੱਜ ਇਹ ਨਾਂ ਪ੍ਰਮੁੱਖਤਾ ਨਾਲ ਅੱਗੇ ਵੀ ਆਏ ਆ ਤੇ ਇਹੀ ਨਾਂ ਨੇ। ਜੇ ਕਹਿੰਦੇ ਆ ਕਿ ਸਰਕਾਰ ਬਣਾਉਣ ਲਈ ਜਮਾ ਜੋੜ ਕਰਨਾ ਪਿਆ, ਸਾਮ ਦਾਮ ਦੰਡ ਭੇਦ, ਆਪਣੀ ਕਿਹੜੀ ਕੋਈ ਪੁਰਾਣੀ ਹਿਸਟਰੀ ਹੈ ਨਹੀਂ। ਜੇ ਕਾਂਗਰਸ ਦੇ ਵਿੱਚ ਪਾੜ ਪਾਉਣਾ ਪਿਆ ਪਾ ਲਾਂਗੇ, ਜੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਇੱਧਰ ਉੱਧਰ ਕਰਨੇ ਪਏ ਕਰ ਲਾਂਗੇ, ਕੋਸ਼ਿਸ਼ ਤਾਂ ਕਰਾਂਗੇ। ਕਹਿੰਦੇ ਕੋਸ਼ਿਸ਼ ਨੂੰ ਬੂਰ ਪੈਂਦਾ, ਐਫਰਟਸ ਤਾਂ ਲਾਉਣੇ ਬਣਦੇ ਆ। ਦੂਜੀ ਗੱਲ, ਇੱਕ ਹੋਰ ਸਰਵੇ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਗਰਮੈਸ਼ ਲਿਆਂਦੀ ਆ। ਕਹਿੰਦੇ ਅਕਾਲੀ ਦਲ ਵੀ ਹੁਣ ਮੌਰੀ ਚੜਿਆ ਆਉਂਦਾ। ਸੁਖਬੀਰ ਸਿੰਘ ਬਾਦਲ ਨੂੰ ਮੀਡੀਆ ਦੇ ਬਹੁਤੇ ਹਿੱਸੇ ਪਿਛਾਂਹ ਰੱਖਦੇ ਰੱਖਦੇ ਹੁਣ ਹੌਲੀ ਹੌਲੀ ਗਿਣਤੀਆਂ 'ਚ ਲਿਆਉਣ ਲੱਗੇ। ਜਦੋਂ ਕੈਲਕੂਲੇਸ਼ਨਸ ਸੀਟ ਤੋਂ ਸੀਟ ਦੀਆਂ ਹੁੰਦੀਆਂ ਤਾਂ ਅਕਾਲੀ ਦਲ ਨੂੰ ਓਨਾ ਮਾਈਨਸ ਕਰਕੇ ਤੁਸੀਂ ਵੇਖ ਨਹੀਂ ਸਕਦੇ। ਇਹ ਅਹਿਮ ਕਰਨਾ ਤੱਥ ਹੋਊਗਾ। ਇਸ ਵਾਰੀ ਤੇ ਅੰਕੜਿਆਂ ਨੇ ਸੁਖਬੀਰ ਬਾਦਲ ਦੇ ਬੁੱਲਾਂ ਤੇ ਮੁਸਕਰਾਹਟ ਲਿਆਂਦੀ ਆ ਤੇ ਅਕਾਲੀਆਂ ਦਾ ਉਤਸ਼ਾਹ ਵਧਿਆ। ਇਹ ਅੰਕੜੇ ਦਿਲਚਸਪ ਨੇ, ਇਹਨਾਂ ਤੇ ਗੱਲ ਕਰਾਂਗੇ। ਨਵਜੋਤ ਸਿੰਘ ਸਿੱਧੂ ਨੂੰ ਨੈਸ਼ਨਲ ਮੀਡੀਆ ਵਾਲੇ ਖਿੱਚੀ ਫਿਰਦੇ ਆ, ਪੁੱਠੇ ਪੁੱਠੇ ਸਵਾਲ ਕਰਦੇ ਆ, ਫਿਰ ਅੱਗੋਂ ਪੁੱਠੇ ਪੁੱਠੇ ਜਵਾਬ ਸੁਣਦੇ ਆ ਤੇ ਜਵਾਬਾਂ ਦੇ ਵਿੱਚ ਵੀ ਕਈ ਅੰਤਰ ਵਿਰੋਧ ਹੁੰਦੇ ਆ। ਭਾਸਕਰ ਸਾਹਿਬ ਨੇ ਮਿਹਨਤ ਕੀਤੀ ਆ, ਉਹਦੇ ਤੇ ਵੀ ਜਾਣੇ ਆ। ਲੇਕਿਨ ਪੰਜਾਬ ਦੀ ਰਾਜਨੀਤੀ 'ਚ ਕੁਝ ਖੱਟੀਆਂ ਮਿੱਠੀਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਵਾਹਵਾ ਚਿਹਰੇ ਉਤਾਰਤੇ ਆ। 34 ਸੀਟਾਂ ਦਾ ਐਲਾਨ ਹੋ ਗਿਆ। ਹਾਲਾਂਕਿ ਵੱਡੇ ਵੱਡੇ ਫਤਿਹ ਜੰਗ ਸਿੰਘ ਬਾਜਵਾ ਵਰਗੇ ਚਿਹਰੇ ਅਜੇ ਵੇਟਿੰਗ ਤੇ ਲਾਤੇ ਨੇ, ਜਿਹੜੇ ਉਧਰੋਂ ਲਿਆਂਦੇ ਸੀ, ਪਰ ਕਾਫੀ ਅਹਿਮ ਚਿਹਰਿਆਂ ਦੇ ਉੱਤੇ ਦਾ ਖੇਡਤਾ ਗਿਆ। ਇਹਦੇ ਤੇ ਵੀ ਗੱਲ ਕਰਾਂਗੇ। ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਮੈਂ ਜਦੋਂ ਅੰਦਰ ਬਾਹਰ ਹੁੰਦਾ ਸੀ ਇਹ ਖਬਰਾਂ ਦੇ ਆਰ ਦੇ ਵਿੱਚ ਕਿ ਕੀ ਕੁਝ ਹੁੰਦਾ, ਕੀ ਜਮਾ ਜੋੜ ਚੱਲਦੇ ਆ, ਤਾਂ ਮੈਨੂੰ ਇਹ ਪਤਾ ਲੱਗਿਆ ਕਿ ਜੇ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਠੀਕ ਠਾਕ ਹੋਈ, ਮਤਲਬ ਇੱਜ਼ਤਯੋਗ ਸਨਮਾਨਯੋਗ ਹੋਈ, ਤਾਂ ਤਰੁਣ ਚੁੱਗ ਨੂੰ ਅੱਗੇ ਵਧਾਇਆ ਜਾ ਸਕਦਾ। ਉਸ ਤੋਂ ਪਹਿਲਾਂ ਨਾ ਹਰਦੀਪ ਸਿੰਘ ਪੁਰੀ ਦਾ ਆ ਰਿਹਾ। ਜੇਕਰ ਸਿੱਖ ਚਿਹਰਾ ਅੱਗੇ ਵਧਾਉਣਾ ਹੋਇਆ ਤਾਂ ਹਰਦੀਪ ਸਿੰਘ ਪੁਰੀ, ਨਹੀਂ ਤਾਂ ਤਰੁਣ ਚੁੱਗ। ਅਗਲੇ ਦਿਨਾਂ 'ਚ ਇਹ ਨਾਂ ਪ੍ਰਮੁੱਖਤਾ ਨਾਲ ਅੱਗੇ ਤੁਹਾਨੂੰ ਦਿਸਦੇ ਵੀ ਰਹਿਣਗੇ। ਅੱਜ ਸੀਟਾਂ ਦੀ ਅਨਾਉਂਸਮੈਂਟ ਵੇਲੇ ਵੀ ਇਹ ਦੋਨੇ ਵੱਡੇ ਚਿਹਰੇ ਸ਼ਾਮਲ ਸੀਗੇ। ਭਰੋਸੇਯੋਗਤਾ ਬਹੁਤ ਦੇਖੀ ਜਾਂਦੀ ਆ। ਉੱਪਰਲੇ ਗਲਿਆਰਿਆਂ ਦੇ ਵਿੱਚ ਤੁਹਾਡੀ ਕ੍ਰੈਡੀਬਿਲਿਟੀ ਔਰ ਵਫਾਦਾਰੀਆਂ ਬਹੁਤ ਕੁਝ ਅੰਕਿਆ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਇਸ ਗੱਲ ਤੇ ਆਉਂਦੇ ਆ ਕਿ ਭਾਰਤੀ ਜਨਤਾ ਪਾਰਟੀ ਨੇ 34 ਸਿੱਪਾ ਸਲਾਰ ਦਰਿਆ ਦੇ ਵਿੱਚ ਠੇਲ ਤੇ ਆ। ਇਹ ਜਿਹੜਾ ਅੱਗ ਦਾ ਦਰਿਆ ਵਾ ਔਰ ਸ਼ਰਤ ਆ ਕਿ ਤੈਰ ਕੇ ਪਾਰ ਕਰਨਾ ਹੈ। ਕੀ ਕਹਿੰਦੇ ਹੋ? ਬੀਜੇਪੀ ਦੀ ਲਿਸਟ ਆ ਗਈ। ਆਉਣ ਤੋਂ ਬਾਅਦ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਵੀ ਤਰੁਣ ਚੁੱਗ ਜਾਂ ਫਿਰ ਹਰਦੀਪ ਪੁਰੀ, ਜੇ ਸਿੱਖ ਚਿਹਰੇ ਵਜੋਂ ਹਰਦੀਪ ਪੁਰੀ, ਜੇ ਹਿੰਦੂ ਚਿਹਰਾ ਲੈ ਕੇ ਗਏ ਤੇ ਤਰੁਣ ਚੁੱਗ ਉਹਨਾਂ ਮੁੱਖ ਮੰਤਰੀ ਵੀ ਬਣ ਸਕਦੇ ਜੇ ਬੀਜੇਪੀ ਦੀ ਜੋੜ ਤੋੜ ਦੀ ਰਾਜਨੀਤੀ ਅਗਰ ਕਿਸੇ ਬੰਨੇ ਲੱਗਦੀ ਹੈ। ਪਰ ਹਾਲਾਤ ਹੈ ਵੀ ਕਿ ਜਿਸ ਤਰੀਕੇ ਦੀ ਲਿਸਟ ਉਹਨਾਂ ਨੇ ਦਿੱਤੀ ਹੈ, ਉਹਦੇ ਵਿੱਚੋਂ ਜਿਹੜੇ ਪੁਰਾਣੇ ਜਦੋਂ 23 ਸੀਟਾਂ ਲੜਦੇ ਸੀਗੇ, ਉਹਨਾਂ ਵਿੱਚੋਂ ਵੱਡੇ ਚਿਹਰਿਆਂ ਨੂੰ ਤਾਂ ਤਕਰੀਬਨ ਉਹ ਮੋਹਰ ਦੁਬਾਰਾ ਲੱਗ ਗਈ ਹੈ। ਪਰ ਕੁਝ ਨਵੇਂ ਚਿਹਰੇ ਵੀ ਨੇ ਜਿਹੜੇ ਇੱਧਰ ਉੱਧਰ ਹੋਏ ਨੇ, ਯਾਨੀ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ, ਉਹਨਾਂ ਨੂੰ ਟਿਕਟ ਮਿਲ ਗਈ ਹੈ। ਫਤਿਹ ਜੰਗ ਬਾਜਵਾ ਪਹਿਲੀ ਲਿਸਟ 'ਚ ਆਪਣੀ ਜਗ੍ਹਾ ਨਹੀਂ ਬਣਾ ਪਾਏ, ਕਿਉਂਕਿ ਹੁਣ ਪਤਾ ਲੱਗਿਆ ਕਿ ਵੀ ਬਾਜਵਾ ਵਰਸਸ ਬਾਜਵਾ ਜਿਹੜਾ ਕਾਦੀਆਂ ਦੇ ਵਿੱਚ ਹੋਣ ਦੀ ਉਮੀਦ ਸੀਗੀ, ਉਹ ਹੁਣ ਉਸ ਕੋਠੀ ਦੇ ਉੱਤੇ ਜਿਹੜੇ ਦੋ ਝੰਡੇ ਲੱਗੇ ਨੇ, ਉਹਦੇ ਵਿੱਚ ਇੱਕ ਕੋਈ ਨਾ ਕੋਈ ਕੈਂਡੀਡੇਟ, ਉਹਦੇ ਵਿੱਚ ਫਤਿਹ ਜੰਗ ਬਾਜਵਾ ਉਹਨਾਂ ਦਾ ਲੱਗਦਾ ਹੈ ਕਿ ਉਹਨਾਂ ਨੂੰ ਬਟਾਲਾ ਤੋਂ ਟਿਕਟ ਮਿਲ ਸਕਦੀ ਹੈ। ਔਰ ਉੱਥੇ ਫਿਰ ਬਾਜਵਾ ਵਰਸਸ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ, ਉਹਨਾਂ ਵੀ ਉਸ ਸੀਟ ਦੇ ਉੱਤੇ ਅੱਖ ਰੱਖਦੇ ਨੇ। ਅਸ਼ਵਨੀ ਸ਼ੇਖੜੀ ਜਿਹੜਾ ਬਾਰ-ਬਾਰ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦੇ ਨੇ, ਫਿਰ ਉੱਥੇ ਇੱਕ ਕਾਲਾ ਮੁਕਾਬਲਾ ਹੋ ਸਕਦਾ ਹੈ। ਹੁਣ ਅੱਜ ਬੀਜੇਪੀ ਦੀ ਲਿਸਟ ਜਾਰੀ ਹੋਈ। ਉਸ ਲਿਸਟ ਦੇ ਵਿੱਚ ਜੇ ਜਲੰਧਰ ਦੀ ਗੱਲ ਕਰੀਏ ਤੇ 3 ਚਿਹਰੇ, ਯਾਨੀ ਜਲੰਧਰ ਸਿਟੀ ਦੇ ਵਿੱਚ ਟੋਟਲ 4 ਕੌਂਸਟੀਚੁਐਂਸੀ ਹੈਗੀ ਹੈ। 3 ਪੁਰਾਣੇ ਚਿਹਰੇ, ਮਨੋਰੰਜਨ ਕਾਲੀਆ, KD ਭੰਡਾਰੀ ਤੇ ਮਹਿੰਦਰ ਭਗਤ, ਉਹਨਾਂ ਨੂੰ ਸੀਟ ਦੇ ਦਿੱਤੀ ਗਈ। ਕੈਂਟ ਦੇ ਵਿੱਚ ਹਜੇ ਵੀ ਰਫੜ ਪਏ ਹੋਏ ਨੇ, ਕਿਉਂਕਿ ਜਿਹੜੇ ਸਰਬਜੀਤ ਸਿੰਘ ਮੱਕੜ ਨਵੇਂ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ, ਉਹ ਵੀ ਉਸ ਸੀਟ ਤੇ ਅੱਖ ਰੱਖਦੇ ਨੇ ਤੇ ਬੀਜੇਪੀ ਦੇ ਪੁਰਾਣੇ ਆਗੂ ਉਹ ਵੀ ਉਸ ਸੀਟ ਦੇ ਵਿੱਚ ਸਰਵੇ ਰਿਪੋਰਟ ਲੈ ਕੇ ਘੁੰਮਦੇ ਨੇ ਕਿ ਵੀ ਅਸੀਂ ਅੱਗੇ ਆ ਸਕਦੇ ਹਾਂ। ਚਲੋ ਇਹ ਮੁਕਾਬਲਾ ਹੌਲੇ ਹੌਲੇ ਕਰਕੇ ਬਣ ਰਿਹਾ। ਸੀਟਾਂ ਤੇ 60 ਤੋਂ 65
ਬੀਜੇਪੀ ਨੇ ਲੜਨੀ ਹੈ। 34 ਸੀਟਾਂ ਦੇ ਉੱਤੇ ਅੱਜ ਕੈਂਡੀਡੇਟ ਅਨਾਉਂਸ ਕੀਤੇ। ਇੰਨੀ ਕੁ ਹੀ ਸੀਟਾਂ ਹੋਰ ਹੋ ਸਕਦੀ ਹੈ ਜਿਹਦੇ ਵਿੱਚ ਕੈਂਡੀਡੇਟ ਐਲਾਨੇ ਜਾਣਗੇ, ਔਰ ਕੌਣ ਇੱਧਰ ਉੱਧਰ ਹੁੰਦਾ ਹੈ ਉਹਦੇ ਬੇਸ ਤੇ ਹੀ ਸ਼ਾਇਦ ਅਗਲੀ ਸੀਟਾਂ ਦਾ ਐਲਾਨ ਹੋਏਗਾ। ਕਾਂਗਰਸ ਵੀ ਰਾਤੀ ਦੀਵਾ ਬਾਲ ਕੇ ਉਹਨਾਂ ਕੈਂਡੀਡੇਟਾਂ ਨੂੰ ਅਨਾਉਂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਕੱਲ ਉਹਨਾਂ ਦੀ ਸੀਈਸੀ ਦੀ ਮੀਟਿੰਗ ਹੈਗੀ ਹੈ। ਉਹਦੇ ਵਿੱਚ ਬਚੀਆਂ ਹੋਈਆਂ 31 ਸੀਟਾਂ, ਜਿਹਦੇ ਵਿੱਚ ਕਈ ਆਪਣੇ ਪੁੱਤਰਾਂ ਵਾਸਤੇ ਵੀ ਟਿਕਟ ਮੰਗਦੇ ਨੇ, ਉਹਨਾਂ ਦੇ ਉੱਤੇ ਵੀ ਫੈਸਲਾ ਹੋਣਾ ਹੈ। 2 ਟਿਕਟਾਂ ਦੇ ਉੱਤੇ ਆਲਰੇਡੀ ਇੱਕ ਵੱਡਾ ਕਲੇਮ ਹੋਇਆ, ਔਰ ਕਿਹਾ ਜਾਂਦਾ ਹੈ ਕਿ ਵੀ ਉਹਦੇ ਉੱਤੇ ਵੀ ਕੋਈ ਡਿਸੀਜਨ ਹੋ ਸਕਦਾ ਹੈ। ਉਹਦੇ ਵਿੱਚ ਇੱਕ ਆਦਮਪੁਰ, ਜਿਹਦੇ ਵਿੱਚ ਪੁਰਾਣੇ ਜਿਹੜੇ ਕਾਂਗਰਸ ਦੇ ਪ੍ਰਧਾਨ ਹੁੰਦੇ ਸੀਗੇ, ਔਰ ਚੰਨੀ ਉਹਨਾਂ ਦੇ ਕੁੜਮ, ਜਿਹੜਾ ਮਹਿੰਦਰ ਸਿੰਘ ਕੇਪੀ ਜੀ, ਮਹਿੰਦਰ ਸਿੰਘ ਕੇਪੀ, ਉਹਨਾਂ ਦਾ ਵੀ ਕਹਿੰਦੇ ਹੈ ਕਿ ਸ਼ਾਇਦ ਹੁਣ ਟਿਕਟ ਮਿਲਣ ਦੀ ਉਮੀਦ ਬਣ ਗਈ ਹੈ। ਬਾਗੀ ਤੇਵਰ ਤੇ ਉਹਨਾਂ ਨੇ ਦਿਖਾਏ ਹੋਏ ਨੇ। ਕੈਂਟ ਕੌਂਸਟੀਚੁਐਂਸੀ ਦੇ ਵਿੱਚ, ਜਲੰਧਰ ਕੈਂਟ ਕੌਂਸਟੀਚੁਐਂਸੀ ਦੇ ਵਿੱਚ ਉਹਨਾਂ ਨੇ ਆਪਣਾ ਅਭਿਆਨ ਵੀ ਸ਼ੁਰੂ ਕਰਤਾ ਹੈ। ਦੂਜੇ ਪਾਸੇ ਤੁਹਾਡੇ ਮਜੀਠੇ ਤੋਂ ਜਿਹੜੇ ਸੱਚਰ ਸਾਹਿਬ, ਜਿਹੜੇ 24 ਘੰਟੇ ਦੇ ਅੰਦਰ ਅੰਦਰ ਭਾਜਪਾ ਜੁਆਇਨ ਕਰਕੇ ਵਾਪਿਸ ਆ ਗਏ ਸੀ, ਉਹਨਾਂ ਦੀ ਵੀ ਗੱਲ ਸ਼ਾਇਦ ਬਣ ਸਕਦੀ ਹੈ। ਪਰ ਕੱਲ ਲਿਸਟ ਜਾਰੀ ਕਿੰਨੇ ਕੈਂਡੀਡੇਟਸ ਦੀ ਹੋਏਗੀ ਇਹ ਕਹਿਣਾ ਮੁਸ਼ਕਿਲ ਹੈ, ਪਰ ਦੂਜੀ ਲਿਸਟ ਕਾਂਗਰਸ ਦੀ ਆਉਣ ਦੀ ਕੱਲ ਉਮੀਦ ਹੈਗੀ ਹੈ ਜੀ। ਪਰ ਇਹ ਜਿਹੜੀਆਂ ਤੁਸੀਂ ਅਦਲਾ ਬਦਲੀ ਦੀਆਂ ਗੱਲਾਂ ਕਰਦੇ ਹੋ, ਜਿਹੜੇ ਅੰਦਰਲੇ ਸਰੋਤ ਇਹ ਵੀ ਦੱਸਦੇ ਆ ਕਿ ਇਹਦੇ ਵਿੱਚ ਹੱਥ ਫੇਰਨ ਦੀ ਰਾਜਨੀਤੀ ਵੀ ਕਾਰਗਰ ਹੋ ਸਕਦੀ ਆ। ਗਵਰਨਮੈਂਟ ਆਉਣ ਤੇ ਇਹਨਾਂ ਲੋਕਾਂ ਨੂੰ ਵੱਡੀ ਐਡਜਸਟਮੈਂਟ ਦੀ ਗੱਲ ਹੋ ਸਕਦੀ ਆ। ਮਹਿੰਦਰ ਸਿੰਘ ਕੇਪੀ ਨੂੰ ਪਾਰਲੀਮੈਂਟ ਦੇ ਵਿੱਚ ਲਿਜਾਣ ਦੀ ਗੱਲ ਵੀ ਕਾਫੀ ਵਾਰ ਅੱਗੇ ਵਧੀ ਆ। ਸੱਚਰ ਸਾਹਿਬ ਲਈ ਵੀ ਫਾਈਨਲ ਕੁਝ ਨਹੀਂ ਅਜੇ, ਕਿਉਂਕਿ ਇੱਥੇ ਜਿਹੜੇ ਅਬਜ਼ਰਵਰ ਸੀ ਉਹ ਕਹਿ ਗਏ ਕਿ ਟਿਕਟ ਬਦਲੀ ਨਹੀਂ ਜਾ ਸਕਦੀ। ਕਈ ਤਰ੍ਹਾਂ ਦੀਆਂ ਕਨਸੋਆਂ ਨੇ। ਜੇਕਰ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਾ ਪੈਂਤੜਿਆਂ ਨੂੰ ਵੇਖਦੇ ਹੋ, ਈਡੀ ਦੀਆਂ ਰੇਡਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ, ਜਿਸ ਤਰ੍ਹਾਂ ਦੀਆਂ ਨੈਗੋਸੀਏਸ਼ਨ ਦੀਆਂ ਖਬਰਾਂ ਆਈਆਂ ਸੀ ਕਿ ਉਹ ਲੋਕ ਜਿਹੜੇ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਆਪਣੇ ਆਪ 'ਚ ਗਿਲਟੀ ਮਹਿਸੂਸ ਕਰਦੇ ਆ, ਜਾਂ ਜਿਨ੍ਹਾਂ ਨੂੰ ਇੰਝ ਲੱਗਦਾ ਹੈ ਕਿ ਸਾਡੀ ਬਾਂਹ ਮਰੋੜੀ ਜਾ ਸਕਦੀ ਹੈ, ਉਹ ਹੌਲੀ ਹੌਲੀ ਵਾਇਆ ਮੀਡੀਆ ਆਪਣੇ ਰਿਸ਼ਤਿਆਂ ਨੂੰ ਖੰਗਾਲਣ ਦੀ ਵੀ ਕੋਸ਼ਿਸ਼ ਕਰ ਰਿਹਾ। ਔਰ ਇਹ ਵੀ ਸੁਣਨ ਚ ਆ ਰਿਹਾ ਕਿ ਹੁਣ ਸ਼ਾਇਦ ਕੋਈ ਬਹੁਤ ਵੱਡੀ ਟੁੱਟ ਭੱਜ ਨਾ ਹੋਵੇ, ਵਫਾਦਾਰੀਆਂ ਜਾਂ ਪਾਰਟੀਆਂ ਬਦਲਣ ਦਾ ਕੋਈ ਬਹੁਤ ਵੱਡਾ ਟ੍ਰੈਂਡ ਸਾਹਮਣੇ ਨਾ ਆਵੇ। ਲੇਕਿਨ ਇਲੈਕਸ਼ਨ ਤੋਂ ਬਾਅਦ ਦੀ ਜਿਹੜੀ ਰਣਨੀਤੀ ਆ ਬੀਜੇਪੀ ਉਹਦੇ ਤੇ ਵੀ ਕੰਮ ਕਰ ਸਕਦੀ ਹੈ। ਜਿਵੇਂ ਕਰਨਾਟਕ ਤੋਂ ਲੈ ਕੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਉਹਨਾਂ ਨੇ ਵੱਖ-ਵੱਖ ਪਾਰਟੀਆਂ 'ਚ ਸੰਨ ਲਾ ਲਈ, ਔਰ ਖਾਸ ਤੌਰ ਤੇ ਕਈ ਵਾਰੀ ਤਾਂ ਆਪ ਹੀ ਲੋਕ ਤਿਆਰ ਹੋ ਜਾਂਦੇ ਆ ਕਿ ਸੱਤਾ ਵਾਲੀ ਵੱਡੀ ਧਿਰ ਨਾਲ ਫਿਰ ਚੱਲਣ ਦਾ ਫਾਇਦਾ। ਜੇਕਰ ਹੰਗ ਅਸੈਂਬਲੀ ਆਉਂਦੀ ਆ ਤਾਂ ਟੁੱਟ ਭੱਜ ਦੀ ਉਮੀਦ ਬਹੁਤ ਵੱਧ ਜਾਂਦੀ ਆ। ਐਸੀ ਸਥਿਤੀ ਦੇ ਵਿੱਚ ਵੀ ਬੀਜੇਪੀ ਔੜ ਪੌੜ ਦੇ ਵਿੱਚ ਹੈਗੀ ਆ। ਹਰੇਕ ਨੂੰ ਆਪਣਾ ਕਰਨ ਦਾ ਹੱਕ ਹੈ। ਔਰ ਜਦੋਂ ਤੁਸੀਂ ਅੰਦਰ ਝਾਕਦੇ ਹੋ, ਇਹਨਾਂ ਗੱਲਾਂ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਸਰਕਾਰ ਬਣਾ ਰਿਹਾ ਜਾਂ ਕਿਨੂੰ ਕਿੰਨੀਆਂ ਸੀਟਾਂ ਆ ਰਹੀਆਂ ਜੀ, ਕੋਈ 30 ਸੀਟਾਂ ਲੈ ਕੇ ਜਾ ਰਿਹਾ। ਇਹਨਾਂ ਗੱਲਾਂ ਨੂੰ ਛੱਡ ਦਿਓ। ਭਾਵੇਂ ਕਿਸੇ ਕੋ 5 ਵੀ ਹੋਣ, ਜੇ 5 ਵਾਲਾ ਵੀ ਤਾਕਤਵਰ ਹੋਵੇ ਤੇ ਉਹ 25 ਦੇ ਵਿੱਚੋਂ 12 ਵੀ ਲਿਜਾ ਸਕਦਾ, 17 ਵੀ ਲਿਜਾ ਸਕਦਾ ਹੈ। ਬੰਦੇ ਟੁੱਟ ਭੱਜ ਕੇ ਵੀ ਆ ਜਾਂਦੇ ਆ। ਇਹਦੀ ਇਸ ਵਾਰੀ ਪੰਜਾਬ ਦੇ ਵਿੱਚ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ ਸਿਆਸੀ ਪੰਡਤ, ਪਰ ਫਿਰ ਵੀ ਪੰਜਾਬ ਦਾ ਇਹ ਕਲਚਰ ਨਹੀਂ ਰਿਹਾ। ਟੁੱਟ ਭੱਜ ਬਹੁਤ ਘੱਟ ਹੁੰਦੀ ਆ, ਖਰੀਦੋ ਫਰੋਖਤ ਬਹੁਤ ਘੱਟ ਹੁੰਦੀ ਆ। ਹਾਲਾਂਕਿ ਇਹ ਲੀਗਲ ਨਹੀਂ ਆ, ਕਾਨੂੰਨੀ ਨਹੀਂ ਆ। ਲੋਕ ਇੱਥੇ ਇਤਰਾਜ਼ ਪ੍ਰਗਟ ਕਰਦੇ ਇਹੋ ਜਿਹੀਆਂ ਗੱਲਾਂ ਕਰਨ ਤੇ ਵੀ। ਪਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ 5 ਧਿਰੀ ਮੁਕਾਬਲਿਆਂ ਦਾ ਚੱਲਣ ਦੇਖਿਆ ਜਾ ਰਿਹਾ, ਜਿਸ ਤਰੀਕੇ ਨਾਲ ਕੈਂਡੀਡੇਟ ਸਾਰੇ ਬੜੇ ਟੁਣਕਾ ਕੇ ਦੇ ਰਹੇ ਆ, ਬੀਜੇਪੀ ਦੇ ਕੈਂਡੀਡੇਟਸ ਦੇ ਵਿੱਚ ਵੀ ਦਮ ਤਾਂ ਲੱਗ ਹੀ ਰਿਹਾ। ਲੜਾਈ ਤਾਂ ਉਹ ਦੇਣਗੇ, ਭਾਵੇਂ ਉਹਨਾਂ ਕੋਲ ਸਮਾਂ ਬਹੁਤ ਘੱਟ ਬਚਿਆ। ਪਰ ਵੈਸੇ ਵੀ ਇਸ ਵਾਰੀ ਚੁਣਾਵੀ ਰਣਨੀਤੀ ਜਿਹੜੀ ਆ ਉਹ ਰੈਲੀਆਂ ਤੱਕ ਤਾਂ ਹੈ ਨਹੀਂ, ਡਿਜੀਟਲੀ ਬਹੁਤ ਕੁਝ ਚੱਲ ਰਿਹਾ। ਹੁਣ ਦੇਖਣ ਵਾਲੀ ਗੱਲ ਆ ਕਿ ਬੀਜੇਪੀ ਰਣਨੀਤੀ ਕੀ ਅਪਣਾਉਂਦੀ ਆ, ਪੰਜਾਬ ਲਈ ਪਾਲਿਸੀ ਕੀ ਲੈ ਕੇ ਆਉਂਦੀ, ਉਹਨਾਂ ਕੋਲ ਕਹਿਣ ਲਈ ਕੀ ਆ। ਇਹ ਸਭ ਤੋਂ ਵੱਡਾ ਸਵਾਲ ਆ ਕਿ ਕਾਂਗਰਸ ਆਪਣਾ ਪੱਖ ਰੱਖ ਰਹੀ ਆ, ਅਕਾਲੀ ਦਲ ਖੇਤਰੀ ਪਾਰਟੀ ਹੋਣ ਦਾ ਦਮ ਭਰਦੀ ਆ, ਆਮ ਆਦਮੀ ਪਾਰਟੀ ਬਦਲਾਅ ਲਈ ਲੜ ਰਹੀ ਆ, ਔਰ ਸੰਯੁਕਤ ਸਮਾਜ ਮੋਰਚੇ ਆਪਣੀ ਗੱਲ ਰੱਖ ਰਿਹਾ ਵੀ ਅਸੀਂ ਲੜ ਕੇ ਪੰਜਾਬ ਲਈ ਆਏ ਆ। ਲੇਕਿਨ ਬੀਜੇਪੀ ਕਿੰਨਾ ਮੁੱਦਿਆਂ ਤੇ ਲੜੂਗੀ? ਕੀ ਸਿਰਫ ਉਹ ਪੰਜਾਬ ਲਈ ਡਬਲ ਇੰਜਨ ਦੀ ਗੱਲ ਕਰਨਗੇ? ਕੀ ਉਹ ਜਿਹੜਾ ਪੰਜਾਬ ਸਿਰ ਚੜਿਆ ਕਰਜ਼ਾ ਉਹਦੇ ਤੱਕ ਸੀਮਤ ਰਹਿ ਜਾਣਗੇ? ਬਾਰਡਰ ਦੀਆਂ ਜਿਹੜੀਆਂ ਇੰਡਸਟਰੀ ਦੀਆਂ ਸਹੂਲਤਾਂ ਉਹਦੇ ਤੇ? ਇਹ ਬਹੁਤ ਵੱਡੇ ਸਵਾਲ ਆ ਕਿ ਬੀਜੇਪੀ ਪਟਾਰੇ 'ਚ ਕੀ ਦਿਖਾ ਕੇ ਆਉਂਦੀ ਆ, ਕਿਉਂਕਿ 5 ਵਾਲੀ ਤਾਂ ਉਹਨਾਂ ਦੀ ਰੈਲੀ ਅਸਫਲ ਹੋ ਗਈ। ਉਹ ਸਮੇਂ ਸਿਰ ਉੱਥੇ ਪਹੁੰਚ ਨਹੀਂ ਸਕੇ, ਆਪਣੀ ਗੱਲ ਨਹੀਂ ਰੱਖ ਸਕੇ ਜੇ ਚਾਹੁੰਦੇ ਤੇ ਰੱਖ ਸਕਦੇ ਸੀ। ਸੋ ਭਾਸਕਰ ਸਾਹਿਬ, ਇਸ ਗੱਲ ਨੂੰ ਜੇ ਅੱਗੇ ਵਧਾ ਲਈਏ, ਇਲੈਕਸ਼ਨ ਤੋਂ ਬਾਅਦ, ਨਤੀਜਿਆਂ ਤੋਂ ਬਾਅਦ ਟੁੱਟ ਭੱਜ ਦੀ ਸੰਭਾਵਨਾ ਹੋ ਸਕਦੀ ਹੈ। ਔਰ ਇਹ ਵੀ ਸੰਭਾਵਨਾ ਹੋ ਸਕਦੀ ਹੈ ਕਿ ਕਿਸੇ ਨੂੰ ਜਗੋ ਤੇਰਵੀਂ ਵੀ ਹੋ ਜੇ, ਵੀ ਕਿਸੇ ਨੂੰ ਸਪਸ਼ਟ ਬਹੁਮਤ ਨਹੀਂ ਮਿਲ ਜੇ। ਪੰਜਾਬ ਦੇ ਲੋਕਾਂ ਦਾ ਕੋਈ ਪਤਾ ਨਹੀਂ ਹੁੰਦਾ, ਜੇ ਕੋਈ ਵੇਵ ਬਣ ਜੇ। ਇੱਥੇ ਟਿੱਪਣੀ ਦਿਓ, ਫਿਰ ਅੱਗੇ ਚੱਲਦੇ ਆ ਕਿ ਸਰਵੇ ਤਾਂ ਕੁਝ ਹੋਰ ਕਹਿੰਦੇ ਆ। 30 35 35 40 40 ਦੀ ਗੇਮ 'ਚ ਫਸਾਤੇ ਸਾਰੇ ਉਹਨੇ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਅੱਜ ਪੰਜਾਬ ਦੀ ਪੋਲਿਟਿਕਸ ਦੇ ਹਾਲ ਐ ਵੀ ਨੇ ਕਿ ਪਹਿਲੀ ਵਾਰ
5 ਕਾਰਨਰਡ ਕੰਟੈਸਟ ਹੋ ਰਿਹਾ ਹੈ। ਹੂੰ ਔਰ ਜਦ ਕਿਸੇ ਵੀ ਕੌਂਸਟੀਚੁਐਂਸੀ ਦੀ ਜਾਂ ਪੂਰੇ ਸੂਬੇ ਦੀ ਅਗਰ ਰਾਜਨੀਤੀ ਨੂੰ ਸਮਝਣ ਦੀ ਕੋਈ ਕੋਸ਼ਿਸ਼ ਕਰਦਾ ਹੈ ਤੇ ਸਾਰੀ ਸੀਟਾਂ ਦੇ ਵਿੱਚ ਕਿਸੇ ਨੂੰ ਉੱਤੇ ਕਿਸੇ ਨੂੰ ਥੱਲੇ, ਯਾਨੀ ਜਿਹੜੀ ਕੈਲਕੂਲੇਸ਼ਨ ਹੈਗੀ ਹੈ ਹਜੇ ਟੇਬਲ ਤੇ ਹੀ ਚੱਲ ਰਹੀ ਹੈ, ਕਿਉਂਕਿ ਗਰਾਊਂਡ ਦੇ ਵਿੱਚ ਪਹਿਲੀ ਵਾਰ ਇਦਾਂ ਦੀ ਸਿਚੁਏਸ਼ਨ ਹੋ ਰਹੀ ਹੈ ਜਦ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਵੀ ਕੌਣ ਕਿਹਦੇ ਵੋਟ ਕੱਟੇਗਾ। ਐ ਜੀ ਨਹੀਂ ਲੱਗਦਾ ਜਿੱਤੂਗਾ ਕੌਣ, ਇਹ ਤੇ ਕਹਿਣਾ ਬੜਾ ਔਖਾ ਹੈ ਕਿ ਉਹ ਫਲਾਨੀ ਕੌਂਸਟੀਚੁਐਂਸੀ ਦੇ ਵਿੱਚ ਕੌਣ ਜਿੱਤੇਗਾ, ਪਰ ਕੌਣ ਕਿਹਦੀ ਵੋਟ ਕੱਟੇਗਾ ਇਹਦੇ ਉੱਤੇ ਤੁਹਾਡੇ ਵਰਗੇ ਜਾਂ ਸਾਡੇ ਵਰਗੇ ਐਨਾਲਿਸਟ ਦਾ ਜ਼ੋਰ ਲੱਗ ਰਿਹਾ ਹੈ ਕਿ ਵੀ ਜੇ ਆਹ ਕੈਂਡੀਡੇਟ ਆਉਂਦਾ ਹੈ ਤੇ ਆਹ ਉਹਦੀ ਇੰਨੀ ਕੱਟਦਾ ਹੈ, ਉਹਦੀ ਇੰਨੀ ਕੱਟਦਾ ਹੈ ਤੇ ਇਹਦੇ ਕਰਕੇ ਆ ਜਿੱਤ ਜਾਂਦਾ ਹੈ। ਬੜਾ ਔਖਾ ਕੰਮ ਹੈਗਾ। ਔਰ ਹੁਣ ਜਿਹੜੀ ਨਵਾਂ ਸਰਵੇ ਆਇਆ ਉਹਨੇ ਤੇ ਇਹ ਕੰਮ ਹੋਰ ਔਖਾ ਕਰਤਾ ਹੈ। ਜਿਹੜਾ ਤੁਸੀਂ ਹੁਣੇ ਸਰਵੇ ਦਾ ਜ਼ਿਕਰ ਕਰ ਰਹੇ ਸੀਗੇ, ਇੱਕ ਜੀ ਨਿਊਜ਼ ਤੇ ਡਿਜ਼ਾਈਨਡ ਬਾਕਸ ਦਾ ਸਰਵੇ, ਹਾਲਾਂਕਿ ਸਰਵੇ ਸੁਧੀਰ ਚੌਧਰੀ ਉਹਨਾਂ ਨੇ ਕੱਲ ਟੀਵੀ ਦੇ ਵਿੱਚ ਅਨਾਉਂਸ ਕੀਤਾ ਸੀਗਾ, ਪਰ ਸਰਵੇ ਨੇ ਪੰਜਾਬ ਦੀ ਰਾਜਨੀਤੀ ਨੂੰ ਹੋਰ ਮੁਸ਼ਕਿਲ ਵਿੱਚ ਪਾਤਾ ਹੈ। ਜੀ ਕਲੀਅਰ ਉਹ ਕਿਸੇ ਨੂੰ ਵੀ ਨਹੀਂ ਦੇ ਰਹੇ। ਮੁੱਖ ਮੰਤਰੀ ਦੀ ਪਸੰਦ ਵਾਸਤੇ ਚੰਨੀ ਉਹਨਾਂ ਨੇ ਨੰਬਰ 1 ਤੇ ਰੱਖਿਆ, ਨੰਬਰ 2 ਤੇ ਭਗਵੰਤ ਮਾਨ, ਨੰਬਰ 3 ਤੇ ਜਿਹੜੇ ਆਪਣੇ ਸੁਖਬੀਰ ਬਾਦਲ ਜੀ ਨੇ ਉਹਨਾਂ ਨੂੰ ਨੰਬਰ 3 ਤੇ ਰੱਖਿਆ, ਨੰਬਰ 4 ਤੇ ਕੈਪਟਨ ਸਾਹਿਬ ਵੀ ਆ ਗਏ ਨੇ, ਤੇ ਨੰਬਰ 5 ਤੇ ਨਵਜੋਤ ਸਿੰਘ ਸਿੱਧੂ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿੰਨੇ ਵੀ ਸਰਵੇ ਆ ਰਹੇ ਨੇ ਉਹਦੇ ਵਿੱਚ ਪੰਜਾਬ ਮਾਡਲ ਵਾਲੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਸਾਰੇ ਅਖੀਰ ਦੇ ਵਿੱਚ ਕਿਉਂ ਰੱਖਦੇ ਨੇ। ਇਹਦੇ ਵਿੱਚ ਰੰਧਾਵਾ ਜੀ, ਜਦ ਸਿੱਧੂ ਉਹਨਾਂ ਦੀ ਗੱਲ ਆਉਂਦੀ ਹੈ, ਭਾਵੇਂ ਉਹ ਆਪਣੇ ਚਿਹਰੇ ਨੂੰ ਗਾਂਹ ਵਧਾਉਣਾ ਚਾਹੁੰਦੇ ਨੇ, ਅੱਗੇ ਵਧਾਉਣਾ ਚਾਹੁੰਦੇ ਨੇ, ਪਰ ਜਿੱਥੇ ਸਰਵੇ ਉਹਨਾਂ ਨੂੰ ਸਭ ਤੋਂ ਪਿੱਛੇ ਕਿਉਂ ਦਿਖਾ ਰਿਹਾ ਹੈ, ਇਹਦਾ ਮਤਲਬ ਜੇ ਉਹ ਗੱਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਰਦੇ ਸੀਗੇ ਕਿ ਸਿੱਧੂ ਉਹਨਾਂ ਆਪਣੀ ਟੀਮ ਬਣਾ ਕੇ ਨਹੀਂ ਚੱਲਦੇ, ਜੇ ਸਿੱਧੂ ਉਹਨਾਂ ਦੀ ਟੀਮ ਦੀ ਗੱਲ ਕਰੀਏ ਤੇ ਅੱਜ ਪੰਜਾਬ ਦਾ ਕੋਈ ਵੀ ਮੰਤਰੀ, ਕੋਈ ਵੀ ਐਮਐਲਏ ਸਿੱਧੂ ਉਹਨਾਂ ਦੇ ਨਾਲ ਆ ਬਿਲਕੁਲ ਖੜਾ ਨਜ਼ਰ ਨਹੀਂ ਆਉਂਦਾ। ਤੇ ਇੱਥੇ ਕੋਈ ਨਾ ਕੋਈ ਕਮਜ਼ੋਰੀ ਤੇ ਸਿੱਧੂ ਉਹਨਾਂ ਦੇ ਵਿੱਚ ਹੈਗੀ ਹੈ, ਇਮਾਨਦਾਰ ਉਹ ਹੈਗੇ ਨੇ, ਔਰ ਟੀਮ ਲੀਡਰ ਹਜੇ ਉਹਨਾਂ ਨੂੰ ਆਪਣਾ ਸਾਬਿਤ ਕਰਨਾ ਸੀਗਾ, ਜਿਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਉਹ ਅਸਫਲ ਹੁੰਦੇ ਹੋਏ ਨਜ਼ਰ ਆਉਂਦੇ ਨੇ। ਹੁਣ ਗੱਲ ਸਰਵੇ ਦੀ ਕਰੀਏ, ਸਭ ਤੋਂ ਪਹਿਲੇ ਤੇ ਮੁੱਖ ਮੰਤਰੀ ਦੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਜਿਹੜਾ ਜੀ ਨਿਊਜ਼ ਦਾ ਤੇ ਡਿਜ਼ਾਈਨ ਬਾਕਸ ਦਾ ਸਰਵੇ ਆਇਆ ਉਹਦੇ ਵਿੱਚ ਚੰਨੀ ਉਹਨਾਂ ਉੱਤੇ ਨੇ। ਔਰ ਗੱਲ ਅਗਰ ਪਾਰਟੀਆਂ ਦੀ ਪਰਫਾਰਮੈਂਸ ਦੀ ਗੱਲ ਕਰੀਏ ਤੇ ਉਹਦੇ ਵਿੱਚ ਜਿਹੜਾ ਕਾਂਗਰਸ ਦੀ ਸੀਟਾਂ ਹੈਗੀ ਹੈ, ਕਾਂਗਰਸ ਦੀ ਸੀਟਾਂ ਉਹਨਾਂ ਨੇ ਦਿੱਤੀ ਹੈ 35 ਤੋਂ 38 ਸੀਟਾਂ, ਯਾਨੀ 3 ਦਾ ਡਿਫਰੈਂਸ ਰੱਖਿਆ ਉਹਨਾਂ ਨੇ। 35 ਤੋਂ 38 ਸੀਟਾਂ ਕਾਂਗਰਸ ਦੀ ਆ ਸਕਦੀਆਂ। ਔਰ ਆਮ ਆਦਮੀ ਪਾਰਟੀ, ਇਸ ਸਰਵੇ ਨੇ ਵੀ ਆਮ ਆਦਮੀ ਪਾਰਟੀ ਨੂੰ ਸਭ ਤੋਂ ਉੱਤੇ ਦਿਖਾਇਆ, ਜਿਨ੍ਹਾਂ ਦੀ ਸੀਟਾਂ 36 ਤੋਂ 39 ਹੈਗੀਆਂ। ਹਾਂ, ਬਿਲਕੁਲ। ਅਕਾਲੀ ਦਲ, ਉਹਨਾਂ ਦੇ ਚਿਹਰੇ ਤੇ ਥੋੜੀ ਮੁਸਕਾਨ ਜ਼ਰੂਰ ਹੈ ਸਰਵੇ ਦੇ ਜ਼ਰੀਏ ਆਈ ਹੋਏਗੀ, ਕਿਉਂਕਿ ਉਹਨਾਂ ਨੂੰ ਵੀ 32 ਤੋਂ 35 ਸੀਟਾਂ ਦਾ ਇੱਕ ਅਨੁਮਾਨ ਲਗਾਇਆ ਗਿਆ। ਬੀਜੇਪੀ ਜਿਹੜੀ ਪਹਿਲੀ ਵਾਰ 117 ਸੀਟਾਂ ਦੇ ਵਿੱਚ ਦੋ ਪਾਰਟੀਆਂ ਦੇ ਅਲਾਈਅੰਸ ਦੇ ਵਿੱਚ ਇਲੈਕਸ਼ਨ ਲੜਨ ਦੀ ਗੱਲ ਕਰਦੀ ਹੈ, ਉਹ ਹਜੇ ਵੀ 4 ਤੋਂ 7 ਸੀਟਾਂ ਦੇ ਵਿੱਚ ਹੀ ਨਜ਼ਰ ਆਉਂਦੇ ਨੇ। ਔਰ ਜਿਹੜੇ ਅੰਨੇ ਹੈ, ਕਿਉਂਕਿ ਇਹਨਾਂ ਨੇ ਜਿਹੜਾ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਿਆ ਉਹਨੂੰ ਬਹੁਤੀ ਤਵੱਜੋ ਨਹੀਂ ਦਿੱਤੀ, ਜਾਂ ਤੇ ਇਹ ਸਰਵੇ ਉਹਦੇ ਫਾਰਮੇਸ਼ਨ ਤੋਂ ਪਹਿਲੇ ਹੋਇਆ ਹੋਏ, ਕਿਉਂਕਿ ਉਹਨੂੰ ਹਜੇ ਵੀ ਅੰਨਿਆਂ ਦੀ ਕੈਟਾਗਰੀ ਦੇ ਵਿੱਚ ਪਾਇਆ ਹੋਇਆ ਹੈ, ਔਰ ਸੀਟਾਂ 0 ਤੋਂ 3 ਹੀ ਦਿੱਤੀਆਂ। ਪਰ ਚਲੋ ਇਸ ਸਰਵੇ ਦੇ ਵਿੱਚ ਕਿੰਨਾ ਕੁ ਦਮ ਹੈ, ਕਿੰਨਾ ਕੁ ਨਹੀਂ ਹੈਗਾ, ਇਹ ਤੇ 10 ਮਾਰਚ ਨੂੰ ਪਤਾ ਲੱਗੇਗਾ। ਪਰ ਜਿਹੜਾ ਇਹਦਾ ਗਣਿਤ ਕਹਿੰਦਾ ਹੈ, ਉਹਨਾਂ ਨੇ ਕਾਂਗਰਸ, ਆਪ ਔਰ ਐਸਏਡੀ ਤਿੰਨਾਂ ਨੂੰ ਤਕਰੀਬਨ ਇੱਕ ਜਿਸ ਤਰ੍ਹਾਂ ਦੀ ਸੀਟਾਂ ਦਿੱਤੀਆਂ। ਔਰ ਅਗਰ ਇਹ ਹਾਲ ਪੰਜਾਬ ਦੇ ਇਲੈਕਸ਼ਨ ਤੋਂ ਬਾਅਦ ਹੁੰਦਾ ਹੈ ਤੇ ਬਿਨਾਂ ਇੱਕ ਦੂਜੇ ਦੀ ਮਦਦ ਨਾਲ ਕੋਈ ਵੀ ਪਾਰਟੀ ਸਰਕਾਰ ਨਹੀਂ ਬਣਾ ਸਕਦੀ। ਔਰ ਜ਼ਿਆਦਾ ਚਾਂਸਸ ਹੁੰਦੇ ਹੈ ਕਿ ਵੀ ਆਮ ਆਦਮੀ ਪਾਰਟੀ ਔਰ ਕਾਂਗਰਸ ਅਗਰ ਹੱਥ ਮਿਲਾ ਲੈਂਦੇ ਤੇ ਉਹ 74 ਕੁ ਸੀਟਾਂ ਦੇ ਉੱਤੇ ਪਹੁੰਚ ਜਾਂਦੇ ਨੇ, ਜਿਹਦੇ ਨਾਲ ਸਰਕਾਰ ਬਣਦੀ ਹੈ। ਔਰ ਦੂਜੇ ਪਾਸੇ ਅਕਾਲੀ ਦਲ ਵੀ ਅਗਰ ਆਮ ਆਦਮੀ ਪਾਰਟੀ ਨਾਲ ਸਰਕਾਰ ਬਣਾਉਂਦੇ ਨੇ, ਉਹ ਵੀ ਸਰਕਾਰ ਬਣਾਉਣ ਦੇ ਵਿੱਚ ਸક્ષਮ ਨੇ। ਪਰ ਹਾਲਾਤ ਤੇ ਇਹ ਨੇ ਕਿ ਵੀ ਆਪਾਂ ਕਹਿੰਦੇ ਵੀ ਅਕਾਲੀ ਦਲ ਆਮ ਆਦਮੀ ਪਾਰਟੀ ਨਾਲ ਕਿੱਦਾਂ ਮਿਲੂਗਾ। ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਦਿੱਲੀ 'ਚ ਪਹਿਲੇ ਵੀ ਇੱਕ ਵਾਰ ਸਰਕਾਰ ਚਲਾ ਚੁੱਕੀ ਹੈ, ਪਹਿਲੇ ਭਾਵੇਂ 49 ਡੇਜ਼ ਦੀ ਸੀਗੀ, ਪਰ ਅਕਾਲੀ ਦਲ ਦਾ ਔਰ ਆਮ ਆਦਮੀ ਪਾਰਟੀ ਦਾ ਮਿਲ ਕੇ ਸਰਕਾਰ ਚਲਾਉਣਾ ਔਖਾ ਤੇ ਲੱਗਦਾ ਹੈ। ਪਰ ਰਾਜਨੀਤੀ ਦੇ ਵਿੱਚ ਕਿਸੇ ਵੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕਰਦਾ। ਇਹ ਰਾਈਡਰ ਹਮੇਸ਼ਾ ਅਸੀਂ ਲਾਉਂਦੇ ਹਾਂ, ਕਿਉਂਕਿ ਬਹੁਤ ਸਾਰੀ ਘਟਨਾਵਾਂ ਏਦਾਂ ਦੀ ਰਾਜਨੀਤੀ ਦੇ ਵਿੱਚ ਹੋ ਚੁੱਕੀ ਹੈ, ਜਿਹਦੇ ਵਿੱਚ ਆਪਾਂ ਇਹ ਮੰਨ ਕੇ ਚੱਲੀਏ ਕਿ ਕੋਈ ਵੀ ਪੋਲੀਟੀਕਲ ਪਾਰਟੀ ਸੱਤਾ ਦੇ ਵਾਸਤੇ ਇੱਕ ਦੂਜੇ ਨਾਲ ਹੱਥ ਮਿਲਾ ਸਕਦੀ ਹੈ। ਮਹਾਰਾਸ਼ਟਰ ਦਾ ਸਾਡੇ ਕੋਲ ਉਦਾਹਰਣ ਹੈਗਾ, ਜਿਹਦੇ ਵਿੱਚ ਸ਼ਿਵ ਸੈਨਾ ਜਿਹੜੀ ਕੱਟੜ ਵਿਰੋਧੀ ਸੀਗੀ ਕਾਂਗਰਸ ਦੀ, ਅੱਜ ਉਹ ਸ਼ਿਵ ਸੈਨਾ, ਕਾਂਗਰਸ ਤੇ ਐਨਸੀਪੀ ਮਿਲ ਕੇ ਸਰਕਾਰ ਚਲਾ ਰਹੇ ਹਨ। ਔਰ ਭਾਜਪਾ ਭਾਵੇਂ ਸਭ ਤੋਂ ਵੱਡੀ ਪਾਰਟੀ ਬਣ ਕੇ ਮਹਾਰਾਸ਼ਟਰ ਦੇ ਵਿੱਚ ਉਭਰੀ ਸੀਗੀ, ਪਰ ਅੱਜ ਉਹ ਸਰਕਾਰ ਤੋਂ ਬਾਹਰ ਬੈਠੀ ਹੋਈ ਹੈ।
ਭਾਸਕਰ ਸਾਹਿਬ, ਜਦੋਂ ਤੁਸੀਂ ਇਸ ਸਰਵੇ ਦੀ ਗੱਲ ਕਰਦੇ ਹੋ, ਮੇਰੇ ਸਾਹਮਣੇ ਅੰਕੜੇ ਮੇਰੇ ਕੋਲ ਪਏ ਨੇ ਸਕਰੀਨ ਦੇ ਉੱਤੇ, ਔਰ ਕਾਂਗਰਸ 77 ਸੀਟਾਂ ਤੇ 17 ਦੇ ਵਿੱਚ ਆਉਂਦੀ ਆ, ਲੇਕਿਨ ਹੁਣ ਇਹ ਵੱਧ ਤੋਂ ਵੱਧ ਉਹਨਾਂ ਨੂੰ 38 ਦੇ ਰਹੇ, 35 ਤੋਂ 38, ਮਤਲਬ ਉਹਨਾਂ ਨੂੰ ਲਗਭਗ 39 ਤੋਂ 42 ਸੀਟਾਂ ਦਾ ਨੁਕਸਾਨ ਆ। ਔਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹੋ ਤੇ ਉਹਨਾਂ ਨੂੰ 17 ਤੋਂ 20 ਸੀਟਾਂ ਦਾ ਫਾਇਦਾ ਹੈ, 32 ਤੋਂ 35 ਲੈ ਜਾਂਦੇ ਆ ਜੇ। ਤੇ ਜੇਕਰ ਤੁਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦੇ ਹੋ ਤੇ ਉਹਨਾਂ ਨੂੰ ਵੀ 16 ਤੋਂ 19 ਸੀਟਾਂ ਦਾ ਫਾਇਦਾ, ਮਤਲਬ 36 ਤੋਂ 39 ਜੇ ਲੈ ਕੇ ਜਾਂਦੇ ਆ। ਤੇ ਬੀਜੇਪੀ ਨੂੰ ਜਿਹੜਾ ਵਾ ਉਹ 1 ਤੋਂ 4 ਸੀਟਾਂ ਦਾ ਇਹ 'ਚ ਵੀ ਫਾਇਦਾ ਦਿਸਦਾ ਹੈ। ਪਰ ਕੁੱਲ ਮਿਲਾ ਕੇ ਜੇਕਰ ਤੁਸੀਂ ਇਹਨੂੰ ਦੂਜੇ ਨਜ਼ਰੀਏ ਤੋਂ ਦੇਖਦੇ ਹੋ, ਤੁਹਾਡੀ ਗੱਲ ਦਰੁਸਤ ਆ ਕਿ ਨੈਚੁਰਲ ਗੱਠਜੋੜ ਬਣਦੇ ਆ ਇਲੈਕਸ਼ਨ ਤੋਂ ਬਾਅਦ ਬੀਜੇਪੀ, ਅਕਾਲੀ ਦਲ ਤੇ ਬਾਕੀ ਸਾਰੇ ਰਲਾ ਕੇ, ਉਹਦੇ ਵਿੱਚ ਆਮ ਆਦਮੀ ਪਾਰਟੀ ਬਾਹਰ ਤੇ ਕਾਂਗਰਸ ਵੀ ਬਾਹਰ ਰਹਿ ਜਾਂਦੀ ਆ। ਔਰ ਤੁਸੀਂ ਠੀਕ ਕਹਿ ਰਹੇ ਹੋ ਕਿ ਜੇਕਰ ਨਰਿੰਦਰ ਮੋਦੀ ਦੇ ਖਿਲਾਫ 24 ਦੇ ਵਿੱਚ ਕੇਜਰੀਵਾਲ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਤੇ ਉਹਨਾਂ ਨੂੰ ਕਾਂਗਰਸ ਦੀ ਸਪੋਰਟ ਲੈਣੀ ਪਏਗੀ, ਜਾਂ ਜੇ ਕਾਂਗਰਸ ਚਾਹੁੰਦੀ ਆ ਕਿ ਅਸੀਂ ਜਿਹੜੀ 24 ਦੇ ਵਿੱਚ ਅਗਵਾਈ ਕਰਨੀ ਆ ਯੂਪੀਏ ਦੀ ਤੇ ਇਹਦੇ ਵਿੱਚ ਬਾਕੀ ਸਾਰਿਆਂ ਨੂੰ ਸ਼ਾਮਲ ਕਰਨਾ, ਤੇ ਉਹਨਾਂ ਨੂੰ ਕੇਜਰੀਵਾਲ ਨੂੰ ਨਾਲ ਲੈਣਾ ਪਊਗਾ ਜਾਂ ਕੇਜਰੀਵਾਲ ਦਾ ਤਰਲਾ ਮਾਰਨਾ ਪਊਗਾ। ਇਹ ਸਾਰੀਆਂ ਪਰਿਸਥਿਤੀਆਂ ਇਵੇਂ ਹੀ ਜਾਣਗੀਆਂ ਜਿਵੇਂ ਤੁਸੀਂ ਕਹਿ ਰਹੇ ਹੋ। ਪਰ ਇਸ ਵੇਲੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਜਿਹੜੇ ਸਰਵੇ ਆ, ਇਹਨਾਂ ਦੀ ਭਰੋਸੇਯੋਗਤਾ ਕੀ ਆ, ਇਹਨਾਂ ਦੀ ਕ੍ਰੈਡੀਬਿਲਿਟੀ ਕੀ ਆ, ਇਹਨਾਂ ਦਾ ਸੈਂਪਲ ਸਰਵੇ ਕੀ ਆ। ਇਹ ਕੀ ਧੁਰ ਮਾਲਵੇ, ਜਿਵੇਂ ਆਪਾਂ ਕੱਲ ਜ਼ਿਕਰ ਕੀਤਾ ਸੀ ਕਿ ਕੀ ਸਿਰਫ ਮਾਲਵੇ ਦੀਆਂ ਸੀਟਾਂ ਤੇ ਕੇਂਦਰਿਤ ਹੈ, ਮਾਝੇ ਦੁਆਬੇ ਨੂੰ ਇਹਦੇ ਚ, ਕਿਉਂਕਿ ਜਦੋਂ ਅਕਾਲੀ ਦਲ ਨੂੰ ਤਾਂ ਚੜ੍ਹਦਾ ਵਿਖਾਇਆ ਗਿਆ ਤੇ ਕੁਦਰਤੀ ਤੌਰ ਤੇ ਮਾਝਾ ਤੇ ਦੁਆਬਾ ਵੀ ਸ਼ਾਮਲ ਕੀਤੇ ਗਏ ਆ। ਕਾਂਗਰਸ ਨੂੰ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਦਿਸ ਰਿਹਾ। ਔਰ ਸਾਫ਼ ਲਫ਼ਜ਼ਾਂ ਦੇ ਵਿੱਚ ਜੇ ਇਹ ਗੱਲ ਕਹੀਏ ਕਿ ਸੰਯੁਕਤ ਸਮਾਜ ਮੋਰਚੇ ਦੀ ਹਾਜ਼ਰੀ ਨੂੰ ਅਜੇ ਮਾਈਨਸ ਕਰਕੇ ਰੱਖਿਆ ਗਿਆ ਤੇ ਇਹ ਵੀ ਕੋਈ ਅਤਕਥਨੀ ਨਹੀਂ। ਸੰਯੁਕਤ ਸਮਾਜ ਮੋਰਚੇ ਦੇ ਕੈਂਡੀਡੇਟ ਵੀ ਕਾਫੀ ਜਗ੍ਹਾ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੀ ਮੁਹਿੰਮ ਚਲਾ ਰਹੇ ਆ। ਸੋਸ਼ਲ ਮੀਡੀਆ ਤੇ ਐਸੀਆਂ ਚੀਜ਼ਾਂ ਨਜ਼ਰ ਆ ਹੀ ਰਹੀਆਂ ਨੇ, ਲੋਕਾਂ ਦਾ ਇੱਕ ਹੁੰਗਾਰਾ ਉਹਨਾਂ ਨਾਲ ਜਜ਼ਬਾਤੀ ਤੌਰ ਤੇ ਵੀ ਹੈਗਾ। ਔਰ ਪੁਰਾਣੇ ਗੱਠਜੋੜ ਜਿਹੜੇ ਅੰਦੋਲਨ ਵੇਲੇ ਦੇ ਆ, ਲੋਕਾਂ ਦੇ ਰਿਸ਼ਤੇ ਬਣਿਆ, ਉਹਨਾਂ ਨੇ ਵੀ ਅੱਗੇ ਵਧਣਾ, ਜੋਸ਼ ਵੀ ਮਾਰਨਾ ਹੈ। ਦੇਖਣ ਵਾਲੀ ਸਥਿਤੀ ਇਹ ਆ ਕਿ ਜਿਹੜਾ ਸੰਯੁਕਤ ਸਮਾਜ ਮੋਰਚਾ ਉਹ ਅਕਾਲੀ ਦਲ, ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਕਿੰਨੇ ਪ੍ਰਤੀਸ਼ਤ ਨੁਕਸਾਨ ਪਹੁੰਚਾਉਂਦਾ। ਔਰ ਜੇਕਰ ਵੋਟਾਂ ਦੀ ਕੰਸੋਲੀਡੇਸ਼ਨ ਹੁੰਦੀ ਆ ਕਿਸਾਨੀ ਔਰ ਬੀਜੇਪੀ ਦੀ ਲੜਾਈ ਦੇ ਜਾਂ ਅੰਦੋਲਨ ਦੇ ਨਜ਼ਰੀਏ ਤੋਂ, ਤਾਂ ਕਿੰਨੀ ਸ਼ਹਿਰੀ ਵੋਟ ਬੀਜੇਪੀ ਨਾਲ ਇਕੱਠੀ ਹੋ ਕੇ ਤੁਰਦੀ ਆ ਜਾਂ ਪਿੰਡੂ ਵੋਟ ਕਿੰਨੀ ਕਿਸਾਨੀ ਨਾਲ ਇਕੱਠੀ ਹੋ ਕੇ ਤੁਰਦੀ ਆ। ਇਹ ਸਾਰੀਆਂ ਚੀਜ਼ਾਂ ਨੇ ਅਜੇ ਵਿਸਥਾਰ ਲੈਣਾ ਵਾ, ਸਰੂਪ ਲੈਣਾ ਵਾ। ਇਹਦੇ ਉੱਤੇ ਅਗਲੇ ਦਿਨਾਂ 'ਚ ਬਹਿਸਾਂ ਹੋਣਗੀਆਂ। ਪਰ ਇਹ ਜਿਹੜੇ ਸਰਵੇ ਹੈਗੇ ਆ, ਇਹ ਪੰਜਾਬ ਦੀ ਫਿਜ਼ਾ ਦੇ ਵਿੱਚ, ਠੰਡੀ ਫਿਜ਼ਾ 'ਚ ਗਰਮੀ ਤਾਂ ਭਰਦੇ ਆ। ਲੋਕਾਂ ਨੂੰ ਬਹਿਸ ਕਰਨ ਦਾ ਇੱਕ ਮੌਕਾ ਮਿਲਦਾ ਹੈ। ਚੁੰਝ ਚਰਚਾ ਚੱਲਦੀ ਰਹਿੰਦੀ ਆ, ਸੱਥਾਂ ਬੇੜਿਆਂ 'ਚ ਗੱਲਾਂ ਹੁੰਦੀਆਂ ਨੇ, ਮਰਨੇ ਕਰਨਿਆਂ ਤੋਂ ਵਿਆਹਾਂ ਸ਼ਾਦੀਆਂ ਤੱਕ ਅੱਜ ਕੱਲ ਗੱਲ ਇਹੀ ਚੱਲਦੀ ਆ, ਚੱਲਣੀ ਵੀ ਚਾਹੀਦੀ ਆ। ਪਿੰਡਾਂ ਦੇ ਵਿੱਚ ਮੇਲਿਆਂ ਵਰਗਾ ਮਾਹੌਲ ਬਣਨਾ ਸ਼ੁਰੂ ਹੋ ਗਿਆ, ਲੀਡਰ ਗੇੜੇ ਮਾਰਨ ਲੱਗ ਪਿਆ। ਇਸ ਵਾਰੀ ਗੇੜੇ ਵੱਧ ਹੋਣਗੇ। ਅੱਗੇ ਤਾਂ ਇੱਕ ਪਿੰਡ ਦੀ ਵਾਰੀ ਆਉਂਦੀ ਹੁੰਦੀ ਸੀ, ਜੇ ਮੰਨ ਲਓ 1.5 ਮਹੀਨਾ ਲੰਬਾ ਪ੍ਰਚਾਰ ਚੱਲਿਆ ਤੇ ਕੋਈ 2 ਜਾਂ 3 ਵਾਰੀ ਸ਼ਮਿਆਨੇ ਪਿੰਡ 'ਚ ਲੱਗਦੇ ਹੁੰਦੇ ਸੀ ਵੀ ਇੱਕ ਵਾਰੀ ਅਕਾਲੀਆਂ ਦਾ ਕੈਂਡੀਡੇਟ ਆ ਗਿਆ, ਉੱਥੇ ਪਕੌੜੇ ਨਿਕਲ ਗਏ, ਦਾਰੂ ਚੱਲ ਗਈ, ਜਾਂ ਫਿਰ 2-3 ਹੀ ਧਿਰਾਂ ਸੀਗੀਆਂ, 2 ਹੀ ਸੀਗੀਆਂ ਮੇਨ। ਐਤਕੀ 5 ਫੇਰੀਆਂ ਜਾਂ ਹੋ ਸਕਦਾ ਡਬਲ ਫੇਰੀ ਵੀ ਲਾਉਣੀ ਪੈ ਜੇ ਲੋਕਾਂ ਨੂੰ। ਸੋ ਮੇਲਾ ਤਾਂ ਚੱਲੂ, ਭਰ ਕੇ ਚੱਲੂ। ਹੁਣ ਮੈਨੂੰ ਜਾਂਦੇ ਜ਼ਰੂਰ ਦੱਸਿਓ ਕਿ ਨਵਜੋਤ ਸਿੰਘ ਸਿੱਧੂ ਨੂੰ ਸਭ ਤੋਂ ਮਗਰਲੇ ਬੰਨੇ ਕਿਉਂ ਰੱਖ ਲੈਂਦੇ ਸਾਰੇ? ਉਹ ਸਭ ਤੋਂ ਚਰਚਿਤ ਚਿਹਰਾ ਰਿਹਾ 2 ਸਾਲ ਤੋਂ। ਸਭ ਤੋਂ ਜ਼ਿਆਦਾ ਨਵਜੋਤ ਸਿੰਘ ਸਿੱਧੂ ਨੇ ਫੁਟੇਜ ਲਈ ਹੈ, ਉਹਨਾਂ ਨੇ ਸਭ ਤੋਂ ਜ਼ਿਆਦਾ ਆਪਣੀ ਪਪੂਲੈਰਿਟੀ ਹਾਸਲ ਕੀਤੀ ਹੈ ਪਿਛਲੇ ਸਮੇਂ 'ਚ। ਬਿਨਾਂ ਕੁਝ ਕੀਤਿਆਂ ਸਿੱਧੂ ਚਰਚਾ 'ਚ ਰਹੇ ਆ। ਹੁਣ ਉਹ ਸਭ ਤੋਂ ਪਿਛਲੇ ਬੰਨੇ ਕਿਉਂ ਕਤਾਰ 'ਚ ਆ ਰਹੇ ਆ? ਇਹ ਸਰਵੇ ਕਿੱਥੋਂ ਆ ਰਹੇ ਆ? ਕਿ ਆਮ ਲੋਕਾਂ ਦੇ ਮਨ ਦੇ ਵਿੱਚ ਸਿੱਧੂ ਨੂੰ ਲੈ ਕੇ ਨਫ਼ਰਤ ਭਰ ਗਈ ਆ? ਇੰਨੀ ਕਾਹਲੀ ਦੇ ਵਿੱਚ ਇਹ ਸਭ ਕੁਝ ਕਿੱਦਾਂ ਵਾਪਰ ਜਾਂਦਾ? ਜਾਂ ਗਰਾਊਂਡ ਰਿਐਲਿਟੀ ਨੂੰ ਕਿਤੇ ਨਜ਼ਰਅੰਦਾਜ਼ ਵੀ ਕੀਤਾ ਜਾ ਰਿਹਾ? ਇਹ ਵੀ ਦੇਖਣ ਵਾਲੀ ਗੱਲ ਆ। ਇਸ ਵਾਰੀ ਅਕਾਲੀ ਦਲ ਨੂੰ ਜੇਕਰ ਤੁਸੀਂ ਇਸ ਸਰਵੇ 'ਚ ਠੀਕ ਜਗ੍ਹਾ ਤੇ ਦੇਖ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਇਹਦੀ ਜਿਹੜੀ ਸਰਵੇ ਦੀ ਭਰੋਸੇਯੋਗਤਾ ਨੂੰ ਮਾਈਨਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬਹੁਤ ਥਾਵਾਂ ਤੇ ਅਕਾਲੀ ਔਰ ਕਾਂਗਰਸ ਦੇ ਸਿੱਧੇ ਮੁਕਾਬਲੇ ਆ, ਦੁਆਬੇ ਔਰ ਮਾਝੇ ਦੇ ਵਿੱਚ, ਔਰ ਬਹੁਤ ਸਾਰੀਆਂ ਸੀਟਾਂ ਤੇ ਸਿੱਧੇ ਮੁਕਾਬਲੇ ਅਕਾਲੀ ਦਲ ਦੇ ਹੈਗੇ ਆ। ਸੋ ਉਹਨਾਂ ਨੂੰ ਬਿਲਕੁਲ ਇਗਨੋਰ ਕਰਕੇ ਕਈ ਵਾਰੀ ਇੰਜ ਲੱਗਦਾ ਸੀ ਕਿ ਗਰਾਊਂਡ ਤੋਂ ਪਰੇ ਦੀਆਂ ਗੱਲਾਂ ਨੇ। ਰਿਜ਼ਲਟ ਕਿੰਨੇ ਆਉਂਦੇ ਆ, ਕਿੰਨੇ ਮਾਰਜਨ ਤੇ ਜਿੱਤ ਆ ਹੁੰਦੀ ਆ, ਕਿੰਨੀਆਂ ਸੀਟਾਂ ਪਰਿਵਰਤਿਤ ਹੁੰਦੀਆਂ ਨੇ, ਮੁਕਾਬਲੇ ਦੇ ਵਿੱਚੋਂ ਕਿੰਨੀਆਂ ਜਿੱਤ ਕੇ ਆਉਂਦੀਆਂ, ਇਹ ਅਗਲੀ ਗੱਲ ਆ। ਇਹ ਅਗਲੇ 20 ਦਿਨਾਂ 'ਚ ਡਿਸਾਈਡ ਹੋਣਾ। ਪਰ ਬੁਨਿਆਦੀ ਤੌਰ ਦੇ ਉੱਤੇ ਕਿਸੇ ਨੂੰ ਮੁਕਾਬਲੇ 'ਚੋਂ ਬਾਹਰ ਰੱਖਣਾ ਔਖਾ ਹੁੰਦਾ। ਸੋ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਸਿੱਧੂ ਨੂੰ ਬਾਹਰ ਕਿਉਂ ਰੱਖਿਆ ਜਾ ਰਿਹਾ? ਸਭ ਤੋਂ ਪਿੱਛੇ ਕਿਉਂ ਦਿਖਾਇਆ ਜਾ ਰਿਹਾ? ਇੰਨੀ ਪਪੂਲੈਰਿਟੀ ਦੇ ਬਾਵਜੂਦ ਕਿੱਥੇ ਕਮੀ ਰਹਿ ਰਹੀ ਆ? ਦੂਜੇ ਬੰਨੇ ਕੀ ਸਭ ਮੈਨੇਜ ਤਾਂ ਨਹੀਂਗਾ, ਜਾਂ ਇਹ ਸੱਚਮੁੱਚ ਹੀ ਲੋਕ ਉਹਨਾਂ ਬਾਰੇ ਐਵੇਂ ਸੋਚਦੇ ਆ? ਲੇਕਿਨ ਲਾਸਟ ਵਿੱਚ ਕਿ ਸਿੱਧੂ ਜਦੋਂ ਨੈਸ਼ਨਲ ਮੀਡੀਆ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਤਲਖ ਹੋ ਜਾਂਦੇ ਆ, ਜਾਂ ਉਹ ਆਪਣੀਆਂ ਗੱਲਾਂ ਤੋਂ ਯੂ ਟਰਨ ਵੀ ਲੈਂਦੇ ਆ, ਉਹਨਾਂ ਸਾਰੀਆਂ ਗੱਲਾਂ ਤੇ ਵੀ ਆਪਣੀ ਟਿੱਪਣੀ ਜਾਂਦੇ ਦਿਓ।
ਰੰਧਾਵਾ ਜੀ, ਅਗਰ ਨਵਜੋਤ ਸਿੰਘ ਸਿੱਧੂ ਦੇ ਬਿਹੇਵੀਅਰ ਨੂੰ ਦੇਖਾ ਜਾਏ, ਦੇਖੋ ਉਹ ਇਮਾਨਦਾਰ ਬੰਦੇ ਨੇ, ਆਪਾਂ ਇਸ ਗੱਲ ਨੂੰ ਕਈ ਵਾਰ ਆਪਣੇ ਪ੍ਰੋਗਰਾਮ ਦੇ ਵਿੱਚ ਕਹਿ ਚੁੱਕੇ ਨੇ। ਉਹ ਚੰਗੇ ਲੀਡਰ ਵੀ ਸਾਬਿਤ ਹੋ ਸਕਦੇ ਨੇ, ਇਹ ਵੀ ਗੱਲ ਬਿਲਕੁਲ ਸਹੀ ਹੈ, ਪਰ ਉਹ ਚੰਗੇ ਕੈਪਟਨ ਸਾਬਿਤ ਹੋ ਸਕਦੇ ਨੇ, ਇਸ ਗੱਲ ਦੇ ਉੱਤੇ ਹਮੇਸ਼ਾ ਤੋਂ ਹੀ ਇੱਕ ਸਵਾਲੀਆ ਚਿੰਨ੍ਹ ਲੱਗਦਾ ਹੈ। ਭਾਵੇਂ ਉਹ ਕ੍ਰਿਕਟ ਦੇ ਵਿੱਚ ਸੀਗੇ ਜਾਂ ਫਿਰ ਉਹ ਪੋਲਿਟਿਕਸ ਦੇ ਵਿੱਚ, ਉਹ ਇਕੱਲੇ ਹੀ ਨਜ਼ਰ ਆਉਂਦੇ ਨੇ। ਜੇ ਜਦੋਂ ਉਹ ਕ੍ਰਿਕਟ ਦੇ ਵਿੱਚ ਵੀ ਸੀਗੇ ਤੇ ਤੁਹਾਨੂੰ ਯਾਦ ਹੋਏਗਾ ਇੱਕ ਵਾਰ ਉਹ ਮੈਚ ਛੱਡ ਕੇ ਵਾਪਸ ਆ ਗਏ ਸੀਗੇ, ਔਰ ਇੱਥੇ ਵੀ ਇਦਾਂ ਲੱਗਦਾ ਸੀਗਾ ਕਿ ਇਹ ਪੋਲੀਟੀਕਲ ਮੈਚ ਛੱਡ ਕੇ ਕਦੀ ਵੀ ਉਹ ਜਾ ਸਕਦੇ ਨੇ। ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ ਜੋ ਮਹੀਨੇ ਪਹਿਲੇ ਖੜੇ ਸੀ। ਨਵਜੋਤ ਸਿੰਘ ਸਿੱਧੂ ਉਹਨਾਂ ਪੰਜਾਬ ਮਾਡਲ ਦੀ ਗੱਲ ਤੇ ਕਰਦੇ ਨੇ, ਪਰ ਪੰਜਾਬ ਮਾਡਲ ਨੂੰ ਉਹ ਇਕੱਲੇ ਹੀ ਝੰਡਾ ਲੈ ਕੇ ਤੁਰਨਾ ਚਾਹੁੰਦੇ ਨੇ। ਜੇ ਕਾਂਗਰਸ ਉਹਨਾਂ ਦੇ ਪੰਜਾਬ ਮਾਡਲ ਨੂੰ ਮੈਨੀਫੈਸਟੋ ਦੇ ਵਿੱਚ ਪਾਉਂਦੀ ਹੈ, ਜੋ ਮੈਨੂੰ ਲੱਗਦਾ ਹੁਣ ਕਾਂਗਰਸ ਦੀ ਮਜਬੂਰੀ ਵੀ ਬਣ ਗਈ ਹੈ, ਔਰ ਉਸ ਪੰਜਾਬ ਮਾਡਲ ਦੇ ਵਿੱਚ ਕੋਈ ਦਿੱਕਤ ਵੀ ਨਹੀਂ, ਕੋਈ ਗੜਬੜ ਵੀ ਨਹੀਂ, ਕਿਉਂਕਿ ਜੇ ਪੰਜਾਬ ਦੀ ਤਰੱਕੀ ਕਰਨੀ ਹੈ ਤੇ ਸਿੱਧੂ ਉਹਨਾਂ ਦਾ ਪੰਜਾਬ ਮਾਡਲ ਅਪਣਾਉਣਾ ਹੀ ਪਏਗਾ। ਗੱਲ ਤੇ ਸਿੱਧੂ ਉਹਨਾਂ ਦੇ ਬਿਹੇਵੀਅਰ ਦੀ ਹੋ ਰਹੀ ਹੈ। ਪੋਲਿਟਿਕਸ ਦੇ ਵਿੱਚ ਤੁਹਾਨੂੰ ਆਪਣਾ ਇੱਕ ਖੇਮਾ ਤਿਆਰ ਕਰਨਾ ਪੈਂਦਾ ਹੈ। ਉਸ ਖੇਮੇ ਦੇ ਰਾਹੀਂ ਜਾਂ ਤੇ ਤੁਹਾਨੂੰ ਹਾਈਕਮਾਨ ਦੀ ਪੂਰੀ ਥਾਪੀ ਹੋਏ, ਔਰ ਤੁਹਾਨੂੰ ਪਤਾ ਹੋਏ ਕਿ ਵੀ ਤੁਹਾਡੇ ਝੰਡਾ ਚੱਕਣ ਤੋਂ ਬਾਅਦ ਸਾਰੇ ਬੰਦੇ ਤੁਹਾਡੇ ਨਾਲ ਤੁਰਨਗੇ, ਔਰ ਤੁਰ ਕੇ ਤੁਸੀਂ ਨਾ ਕੇਵਲ ਆਪਣਾ ਏਜੰਡਾ ਪੂਰਾ ਕਰਾ ਸਕਦੇ ਹੋ, ਪੰਜਾਬ ਦੀ ਤਰੱਕੀ ਦੇ ਵਿੱਚ ਜਾਂ ਤਰੱਕੀ ਦੇ ਬਾਰੇ ਜਿਹੜੀ ਤੁਹਾਡੀ ਸੋਚ ਹੈ ਉਹਦੇ ਉੱਤੇ ਹਾਈਕਮਾਨ ਮੋਹਰ ਲਾ ਦੇ ਤੇ ਫਿਰ ਤੁਸੀਂ ਝੰਡਾ ਚੱਕ ਕੇ ਤੁਰ ਵੀ ਸਕਦੇ ਹੋ। ਪਰ ਹਾਲਾਤ ਐਦਾਂ ਦੇ ਪੈਦਾ ਹੋ ਗਏ ਨੇ ਕਿ ਭਾਵੇਂ ਉਹਨਾਂ ਨੂੰ ਐਕਸੀਡੈਂਟਲ ਚੀਫ ਮਿਨਿਸਟਰ ਬਣਾਇਆ ਗਿਆ ਸੀ, ਚੰਨੀ ਉਹਨਾਂ ਨੂੰ, ਪਰ ਅੱਜ ਉਹ ਕਿਸੇ ਵੀ ਜਗ੍ਹਾ ਤੋਂ ਐਕਸੀਡੈਂਟਲ ਚੀਫ ਮਿਨਿਸਟਰ ਨਹੀਂ ਲੱਗਦੇ। ਬਹੁਤ ਕੁਝ ਉਹਨਾਂ ਨੇ ਕਰਕੇ ਦਿਖਾਇਆ, ਔਰ ਉਹਨਾਂ ਕਰੀ ਹੋਈ ਗੱਲਾਂ ਦੇ ਉੱਤੇ ਸਿੱਧੂ ਦੇ ਆਬਜੈਕਸ਼ਨ ਜਾਂ ਸਿੱਧੂ ਦੇ ਸਵਾਲ ਉਹ ਆਪਣੇ ਆਪ ਵਿੱਚ ਸਿੱਧੂ ਨੂੰ ਹੀ ਕਟਹਿਰੇ ਦੇ ਵਿੱਚ ਖੜੇ ਕਰਦੇ ਨੇ। ਔਰ ਅੱਜ ਵੀ ਗੱਲ ਉੱਥੇ ਹੀ ਖੜੀ ਹੈ। ਭਾਵੇਂ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਦੇ ਰਿਸ਼ਤੇਦਾਰ ਦੇ ਘਰ ਛਾਪਾ ਪਿਆ, ਅੱਜ ਜਿਹੜਾ ਸਿੱਧੂ ਉਹਨਾਂ ਇੰਟਰਵਿਊ ਦੇ ਰਹੇ ਸੀਗੇ, ਉਹਨਾਂ ਨੇ ਕਿਸੇ ਨਾ ਕਿਸੇ ਜਗ੍ਹਾ ਚੰਨੀ ਉਹਨਾਂ ਦੀ ਸਪੋਰਟ ਕੀਤੀ ਕਿ ਵੀ ਕੇਸ 2018 ਦਾ ਹੈ, ਔਰ 2018 ਤੋਂ ਬਾਅਦ ਭਾਵੇਂ ਚੰਨੀ ਉਹਨਾਂ ਦਾ ਜਾਂ ਕਿਸੇ ਰਿਸ਼ਤੇਦਾਰ ਦਾ ਉਸ FIR ਦੇ ਵਿੱਚ ਨਾਂ ਤੱਕ ਨਹੀਂ ਸੀ। ਫਿਰ ਇਹ FIR ਜਾਂ ਇਹ ਜਿਹੜੇ ਛਾਪੇ ਹੈਗੇ ਆ, ਇਹਦੇ ਉੱਤੇ ਹੁਣ ਕੀ ਲੋੜ ਸੀ? ਟਾਈਮਿੰਗ ਦੇ ਉੱਤੇ ਸਵਾਲ ਪੈਦਾ ਹੋ ਰਿਹਾ, ਔਰ ਤਕਰੀਬਨ ਸਾਰੀ ਕਾਂਗਰਸ ਉਸ ਟਾਈਮਿੰਗ ਦੇ ਉੱਤੇ ਸਵਾਲ ਪੈਦਾ ਕਰ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਬੜਾ ਤਿੱਖਾ ਹੁੰਦਾ ਜਾ ਰਿਹਾ ਹੈ, ਔਰ ਉਹਨਾਂ ਨੇ ਉਹਨਾਂ ਨੂੰ ਇੱਕ ਬੇਈਮਾਨ ਆਦਮੀ ਦੇ ਰੂਪ ਵਿੱਚ ਵੀ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਉੱਤੇ ਪੇਸ਼ ਕਰਤਾ, ਜਿਹਦੇ ਵਿੱਚ ਨੋਟਾਂ ਦੇ ਨਾਲ ਚੰਨੀ ਉਹਨਾਂ ਦੀ ਫੋਟੋ ਹੈ। ਚੰਨੀ ਉਹਨਾਂ ਨੂੰ ਲੱਗਿਆ ਬੁਰਾ, ਉਹ ਕਹਿੰਦੇ ਮੇਰਾ ਕਿਆ ਕਸੂਰ ਹੈ। ਜੋ ਉਹਨਾਂ ਦਾ ਇੱਕ ਪੈਟ ਡਾਇਲੌਗ ਹੈ, ਭਾਵੇਂ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੇ ਵਿੱਚ ਬ੍ਰੀਚ ਹੁੰਦਾ ਹੈ, ਉਹ ਇੱਕੋ ਹੀ ਗੱਲ ਕਹਿੰਦੇ ਨੇ, ਜੇ ਰੈਲੀ ਦੇ ਵਿੱਚ ਭੀੜ ਨਹੀਂ ਆਈ ਤਾਂ ਮੇਰਾ ਕਿਆ ਕਸੂਰ ਹੈ। ਅੱਜ ਵੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਮੇਰੇ ਰਿਸ਼ਤੇਦਾਰ ਦੇ ਘਰੋਂ ਕੋਈ 10 ਕਰੋੜ 12 ਕਰੋੜ ਜਿੰਨੇ ਪੈਸੇ ਫੜੇ ਗਏ ਨੇ, ਉਹਦੇ ਵਿੱਚ ਮੇਰਾ ਕਿਆ ਕਸੂਰ ਹੈ। ਜੇ ਕੋਈ ਬੱਚਾ ਡਰੱਗ ਲੈਣ ਲੱਗ ਜਾਏ ਤੇ ਤੁਸੀਂ ਉਹਦੇ ਪਿਓ ਨੂੰ ਟੰਗ ਦੋਗੇ। ਯਾਨੀ ਸਵਾਲ ਤੇ ਠੀਕ ਸੀਗੇ, ਪਰ ਉਹ ਮੇਰਾ ਕਿਆ ਕਸੂਰ ਹੈ, ਇਹਦਾ ਜਵਾਬ ਈਡੀ ਜਾਂ ਈਡੀ ਦੀ ਇਨਵੈਸਟੀਗੇਸ਼ਨ ਕਿੰਨੀ ਕੁ ਅੱਗੇ ਤੱਕ ਲੈ ਕੇ ਜਾਂਦੀ ਹੈ, ਸਵਾਲ ਤੇ ਉੱਥੇ ਵੀ ਖੜਾ ਹੈ। ਪਰ ਹਾਂ, ਚੰਨੀ ਉਹਨਾਂ ਨੇ ਆਪਣੇ ਆਪ ਨੂੰ ਦਲਿਤ ਕਾਰਡ ਖੇਲਣ ਦੇ ਵਿੱਚ ਗਰੀਬ ਆਦਮੀ ਦੇ ਰੂਪ ਵਿੱਚ ਪੇਸ਼ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ, ਕਿਉਂਕਿ ਉਹ ਗੱਲ ਕਰ ਰਹੇ ਸੀ ਵੀ ਦੇਖੋ 200 ਕਰੋੜ ਰੁਪਏ ਆਮ ਆਦਮੀ ਪਾਰਟੀ ਨੇ ਆਪਣੇ ਕੈਂਪੇਨ ਦੇ ਵਿੱਚ ਖਰਚ ਕਰਤੇ। ਮੇਰੇ ਕੋਲ ਤਾਂ ਕਹਿੰਦਾ ਇੰਨੇ ਵੀ ਪੈਸੇ ਨਹੀਂ ਹੈਗੇ, ਮੈਂ ਪੂਰੇ ਪੰਜਾਬ ਦੇ ਵਿੱਚ ਜਾਂ ਆਪਣੀ ਕਨਸਟੀਚੁਐਂਸੀ ਦੇ ਵਿੱਚ ਹੀ ਆਪਣੇ ਪੋਸਟਰ ਵੀ ਲਾ ਚੁੱਕਾ। ਪਰ ਇਹ ਗੱਲਾਂ ਪਤਾ ਨਹੀਂ ਕਿੰਨੀ ਕੁ ਡੂੰਘੀ ਜਾਂਦੀ ਹੈ ਲੋਕਾਂ ਦੇ ਵਿੱਚ, ਪਰ ਲੱਗਦਾ ਕਈ ਯਾਰ ਡਰਾਮਾ ਹੀ ਹੈ। ਭਾਸਕਰ ਸਾਹਿਬ, ਦੋ ਅਹਿਮ ਪਹਿਲੂ ਆ ਕਿ ਜਦੋਂ ਸੱਤਾ ਪਰਿਵਰਤਨ ਹੋਣਾ ਸੀ, ਤੁਹਾਨੂੰ ਪਤਾ ਉਹ ਲੰਬੀ ਕਵਾਇਦ ਚੱਲੀ ਸੀਗੀ, ਜਿਹਦੇ ਵਿੱਚ ਸੁਨੀਲ ਜਾਖੜ ਤੋਂ ਲੈ ਕੇ ਅਖੀਰ 'ਚ ਚੰਨੀ ਸਾਹਿਬ ਅੱਗੇ ਆ ਜਾਂਦੇ ਆ। ਸਿੱਧੂ ਸਾਹਿਬ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਤਾਂ ਹੋ ਹੀ ਗਿਆ ਹੋਊਗਾ ਕਿ ਕਾਂਗਰਸ ਵਰਗੀ ਪਾਰਟੀ ਦੇ ਵਿੱਚ ਜਦੋਂ ਸੱਤਾ ਸੌਂਪਣ ਦੀ ਵਾਰੀ ਆਉਂਦੀ ਹੈ ਤਾਂ ਦੋ ਹੀ ਫਾਰਮੂਲੇ ਹੁੰਦੇ, ਇੱਕ ਤਾਂ ਹਾਈ ਕਮਾਂਡ ਤੁਹਾਨੂੰ ਸਿੱਧੇ ਰੂਪ ਦੇ ਵਿੱਚ ਥਾਪ ਦਿੰਦੀ ਤੇ ਜਿਹਦੇ ਅੱਗੇ ਕੋਸਕਣ ਜੋਗਾ ਕੋਈ ਨਹੀਂ ਹੁੰਦਾ, ਜਾਂ ਤੇ ਹਾਈ ਕਮਾਂਡ ਇੰਨੀ ਸਖਤ ਹੋਵੇ। ਦੂਜੇ ਬੰਨੇ ਇਹ ਵੀ ਸਥਿਤੀ ਵੇਖ ਲਈ ਗਈ ਕਿ ਜਦੋਂ ਹੁਣ ਕੈਪਟਨ ਨੂੰ ਲਾ ਕੇ ਜਾਖੜ ਨੂੰ ਲਾਉਣ ਦੀ ਵਾਰੀ ਆਈ ਤਾਂ ਉੱਥੇ ਵੀਟੋ ਕੀਤਾ, ਭਾਵੇਂ ਸਿੱਧੂ ਨੇ ਕੀਤਾ ਜਾਂ ਰੰਧਾਵਾ ਨੇ ਕੀਤਾ, ਕਿਸੇ ਨੇ ਕੀਤਾ। ਉਸ ਤੋਂ ਬਾਅਦ ਜੇ ਵੋਟਾਂ ਹੋਈਆਂ ਤੇ ਵੋਟਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਹੀ ਉੱਭਰ ਕੇ ਆ ਗਿਆ, ਪਰ ਸਿੱਧੂ ਉਦੋਂ ਵੀ ਪਿੱਛੇ ਰਹਿ ਗਏ। ਹੁਣ ਜੇ ਮੰਨ ਲਓ ਹਾਈ ਕਮਾਂਡ ਚਾਹਵੇ ਵੀ ਇਸ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਵਧਾਉਣਾ, ਤੁਹਾਨੂੰ ਲੱਗਦਾ ਕਿ ਜਿਹੜੀ ਇਹ ਵਿਧਾਇਕ ਦਲ ਹੋਊਗਾ, ਜੇ ਮੰਨ ਲਓ, ਫਿਰ ਮੈਂ ਰਿਪੀਟ ਕਰ ਰਿਹਾ ਕਿ ਅਸੀਂ ਕਿਸੇ ਨੂੰ ਨਹੀਂ ਕਹਿ ਰਹੇ ਕਿ ਕਿਸੇ ਸਰਕਾਰ ਬਣ ਰਹੀ ਹੈ, ਇਹ ਉਹ ਨੇ ਗੱਲਾਂ, ਜੇ ਬੀਜੇਪੀ ਦੀ ਬਣ ਜਾਂਦੀ ਹੈ, ਜੇ ਕਾਂਗਰਸ ਦੀ ਬਣ ਜਾਂਦੀ, ਜੇ ਅਕਾਲੀ ਦਲ ਦੀ ਬਣ ਜਾਂਦੀ, ਉਸ ਤੋਂ ਬਾਅਦ ਦੀ ਸਥਿਤੀ ਦੇ ਵਿੱਚ ਅਸੀਂ ਕਾਂਗਰਸ ਨੂੰ ਵੇਖਦੇ ਹਾਂ। ਉਹ ਸਾਰਿਆਂ ਲਈ ਖੁੱਲੇ ਆ ਬਦਲ ਕਿ ਜੇਕਰ ਵਿਧਾਇਕ ਦਲ ਬੈਠਦਾ ਹੈ
ਹਾਈ ਕਮਾਂਡ ਕਹਿੰਦੀ ਸਿੱਧੂ ਨੂੰ ਬਣਾ ਦਿਓ ਤੇ ਵਿਧਾਇਕ ਦਲ ਕਹਿੰਦਾ ਅਸੀਂ ਨਹੀਂ ਬਣਾਉਣਾ, ਫਿਰ ਕੀ ਕਰੋਗੇ? ਇਹ ਵੀ ਇੱਕ ਤੁਹਾਡੀ ਗੱਲ, ਲੌਬਿੰਗ ਬੜੀ ਅਹਿਮ ਹੁੰਦੀ ਹੈ। ਕਿੰਨੇ ਲੋਕ ਬੰਦਿਆਂ ਨਾਲ ਖੜਦੇ ਆ? ਸੁਖਜਿੰਦਰ ਸਿੰਘ ਰੰਧਾਵਾ ਨੂੰ 30-32 ਲੋਕ ਖੜੇ ਮਿਲ ਗਏ। ਇਹ ਅਹਿਮ ਸਵਾਲ ਆ। ਜੇ ਤੁਹਾਨੂੰ ਲੋਕ ਮਿਲੇ ਨੇ ਤਾਂ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਉਸ ਐਂਗਲ ਤੋਂ ਵੀ ਫਿੱਟ ਰੱਖਿਆ। ਸਿੱਧੂ ਸਾਹਿਬ ਕਾਂਗਰਸ ਦੇ ਵਿੱਚ ਰਹਿ ਕੇ ਪੰਜਾਬ ਮਾਡਲ ਦੀ ਗੱਲ ਤਾਂ ਕਰ ਰਹੇ ਆ, ਪਰ ਮੈਨੂੰ ਉਹਨਾਂ ਦੇ ਚਿਹਰੇ ਦੇ ਅੱਗੇ ਵਧਣ ਤੇ ਸ਼ੰਕੇ ਪੈਦਾ ਹੁੰਦੇ ਲੱਗਦੇ ਆ ਕਿ ਉਹਨਾਂ ਨਾਲ ਕਿੰਨੇ ਬੰਦੇ ਖਲੋਣਗੇ, ਕਿਉਂਕਿ ਅੱਜ ਕੱਲ ਹਾਈ ਕਮਾਂਡ ਦੀ ਗੱਲ ਕੋਈ ਮੰਨਣ ਨੂੰ ਤਿਆਰ ਨਹੀਂ। ਜੇ ਵੱਖ-ਵੱਖ ਥਾਵਾਂ ਤੋਂ ਹੁੰਦੀਆਂ ਬਗਾਵਤਾਂ ਜਾਂ ਇਸ ਤੋਂ ਪਹਿਲਾਂ ਅਮਰਿੰਦਰ ਨੂੰ ਬਦਲਣ ਵੇਲੇ ਦੀਆਂ ਹੁੰਦੀਆਂ ਸਾਰੀਆਂ ਕਵਾਇਦਾਂ ਤੇ ਉਸ ਤੋਂ ਬਾਅਦ ਦੇ ਘਟਨਾਕ੍ਰਮ ਦੇਖੋਗੇ ਤਾਂ ਇਹ ਹਾਈ ਕਮਾਂਡ ਵੀ ਉਨੀ ਲੋ ਕਮਾਂਡ ਵਰਗੀ ਹੈ। ਤੇ ਦੂਜੀ ਗੱਲ ਇਹ ਆ ਕਿ ਸਿੱਧੂ ਸਾਹਿਬ ਕੋਲ ਉਨੀ ਸਟਰੈਂਥ ਹੈਗੀ ਆ। ਇਹ ਸਵਾਲ ਵੀ ਹੋਊਗਾ ਕਿ ਕੱਲ ਨੂੰ ਕਿੰਨਾ ਰਿਵੋਲਟ ਹੁੰਦਾ ਕਿਸੇ ਨਾਂ ਦੇ ਉੱਤੇ, ਜਾਂ ਕਿਸੇ ਨਾਂ ਤੇ ਕਿੰਨੀ ਸਹਿਮਤੀ ਬਣਦੀ ਹੈ। ਸੋ ਮੈਨੂੰ ਇੰਝ ਲੱਗਦਾ ਕਿ ਪਰਿਸਥਿਤੀਆਂ ਦਿਲਚਸਪ ਨੇ ਕਿ ਇਮਾਨਦਾਰੀ ਦੇ ਨਾਂ ਤੇ ਦਮ ਤੇ ਤੁਸੀਂ ਇਕੱਲਾ ਅੱਗੇ ਵੱਧ ਸਕਦੇ ਹੋ। ਕੀ ਤੁਹਾਨੂੰ ਲੀਡਰਸ਼ਿਪ ਕੁਆਲਿਟੀ ਦਿਖਾਉਣੀ ਪਊਗੀ? ਜੇ ਤੁਸੀਂ ਲੀਡਰ ਬਣਨਾ ਚਾਹੁੰਦੇ ਹੋ, ਤੁਹਾਨੂੰ ਲੋਕ ਨਾਲ ਲੈ ਕੇ ਚੱਲਣੇ ਪੈਣਗੇ। ਤੁਸੀਂ ਇਹ ਕਹਿ ਕੇ ਨਹੀਂ ਸਾਰ ਸਕਦੇ ਕਿ ਜਿਹੜੇ ਲੋਕ ਆ ਬਹੁਤੇ ਐਮਐਲਏ ਆ ਉਹ ਇਮਾਨਦਾਰ ਨੂੰ ਨਹੀਂ ਚਾਹੁੰਦੇ। ਇਹ ਕਹਿ ਕੇ ਤੁਸੀਂ ਪਿੱਛਾ ਨਹੀਂ ਛਡਾ ਸਕਦੇ। ਇਹਦਾ ਮਤਲਬ ਹੈ ਕਿ ਤੁਸੀਂ ਸਿਸਟਮ ਤੋਂ ਬਾਹਰ ਕਰਤੇ ਜਾਓਗੇ। ਸੋ ਸਿਸਟਮ ਕਿੱਦਾਂ ਬਦਲ ਦਿਓਗੇ ਇਕੱਲੇ ਕਹਿਰੇ, ਇਹ ਤੁਸੀਂ ਚੈੱਕ ਕਰ ਚੁੱਕੇ ਹੋ। ਭਾਸਕਰ ਸਾਹਿਬ, ਜਾਂਦੇ ਜਾਂਦੇ ਇੱਕ ਅੱਧ ਲਾਈਨ 'ਚ ਕੁਝ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ। ਸਿੱਧੂ ਉਹਨਾਂ ਦੀ ਸ਼ਖਸੀਅਤ ਨੂੰ ਜਿਸ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ, ਦੇਖੋ ਫਿਰ ਦੁਬਾਰਾ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੀਜੀ ਵਾਰ ਕਹਿ ਰਹੇ ਹਾਂ ਕਿ ਸਿੱਧੂ ਇੱਕ ਇਮਾਨਦਾਰ ਵਿਅਕਤੀ ਹੈ, ਪਰ ਉਹ ਚੰਗੇ ਪੋਲੀਟੀਸ਼ੀਅਨ ਨਹੀਂ ਹੈਗੇ। ਪੋਲੀਟੀਸ਼ੀਅਨ ਦੀ ਗੱਲ ਕਰੀਏ ਤੇ ਜਿਹੜੇ ਆਪਣੇ ਏਜੰਡੇ ਦੇ ਨਾਲ ਇੱਕ ਲੋਕਾਂ ਦੀ ਲਹਿਰ ਬਣਾ ਸਕਣ। ਲੋਕ ਉਹਨਾਂ ਨੂੰ ਇਹ ਵਹਿਮ ਹੈਗਾ ਕਿ ਲੋਕ ਸਾਰੇ ਮੇਰੇ ਨਾਲ ਨੇ। ਹੋ ਸਕਦਾ ਹੈ ਵਹਿਮ ਠੀਕ ਵੀ ਹੋਏ, ਪਰ ਜਦ ਤੱਕ ਤੁਸੀਂ ਆਪਣੀ ਪਾਰਟੀ ਦੇ ਲੀਡਰਾਂ ਨੂੰ, ਐਮਐਲਏਆਂ ਨੂੰ ਆਪਣੇ ਨਾਲ ਰੱਖਣ ਦੇ ਵਿੱਚ ਕਾਮਯਾਬ ਨਹੀਂ ਹੋਵੋਗੇ ਤੇ ਤੁਸੀਂ ਗਾਂ ਨਹੀਂ ਵੱਧ ਸਕਦੇ। ਇਹ ਗੱਲ ਵੀ ਦੀਵਾਰ ਤੇ ਲਿਖੀ ਹੋਈ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਧੰਨਵਾਦ ਜੀ।